ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ ਅਦਬ ਸਹਿਤ। ਸਰਬਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪਹਿਲੇ ਕੇ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਗਾਵਹਿ ਜਨਕਾਦ ਜੁਗਤ ਜੋਗੇਸ਼ਵਰ। ਹਰ ਰਸ ਪੂਰਨ ਸਰਬ ਕਲਾ। ਗਾਵਹਿ ਸਨਕਾਦ ਸਾਧ ਸਿਧਾਦਕ। ਮਨ ਜਨ ਗਾਵਹਿ ਅਸ਼ਲ ਚਲਾ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ, ਪਿਆਰ ਔਰ ਸਤਿਕਾਰ ਦੇ ਨਾਲ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਭੱਟ ਕੱਲ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸਵਈਏ ਮਹਿਲੇ ਪਹਿਲੇ ਕੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1399 ਔਰ 90 ਦੇ ਉੱਪਰ ਸੁਭਾਇਮਾਨ ਹੈ। ਤੇ ਇਹਨਾਂ ਪਾਵਨ ਬਚਨਾਂ ਦੇ ਅੰਦਰ ਅੱਜ ਭੱਟ ਸਾਹਿਬਾਨ ਨੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਸ਼ੋਭਾ ਨੂੰ, ਉਹਨਾਂ ਦੀ ਵਡਿਆਈ ਨੂੰ ਗਾਇਨ ਕੀਤਾ ਹੈ। ਇਹਦੇ ਤੋਂ ਪਹਿਲਾਂ ਆਪਾਂ ਮਹਿਲੇ ਪੰਜਵੇਂ ਮੁੱਖ ਵਾਕਿਆ ਜਿਹੜਾ ਉਸ ਵਈਏ ਉਹਨਾਂ ਦੀ ਵਿਚਾਰ ਆਪਾਂ ਸਾਂਝੀ ਕੀਤੀ ਹੈ। ਉਹਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿੱਥੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਗਾਇਨ ਕੀਤੀ, ਉੱਥੇ ਨਾਲ ਉਹਨਾਂ ਅਕਾਲ ਪੁਰਖ ਪਰਮੇਸ਼ਵਰ ਦੀ ਸ਼ੋਭਾ ਨੂੰ ਗਾਇਆ। ਤੇ ਜਿਹੜੇ ਭੱਟ ਸਾਹਿਬਾਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਬੋਲ ਨੇ, ਇਹਨਾਂ ਦੇ ਅੰਦਰ ਹੁਣ ਉਹ
ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੱਕ ਲੜੀਵਾਰ ਸਾਰੇ ਸਵਈਏ ਜਿਹੜੇ ਚੱਲਣਗੇ ਉਹ ਗੁਰੂ ਸਾਹਿਬਾਨਾਂ ਦੀ ਵਡਿਆਈ ਜਿਹੜੀ ਉਹ ਕਰਦੇ ਨੇ। ਥੋੜਾ ਜਿਹਾ ਜ਼ਿਕਰ ਮੈਂ ਭੱਟ ਦਾ ਕਰਦਾ ਚੱਲਾਂ ਵੀ ਭੱਟ ਹੁੰਦਾ ਕੀ ਹੈ। ਜਦੋਂ ਪਿਛੋਕੜ ਪੜ੍ਹਦੇ ਆ ਨਾ, ਭੱਟ ਵਈਆਂ ਜਾਂ ਭੱਟ ਸਾਹਿਬਾਨ ਦਾ ਇਤਿਹਾਸ ਜਦੋਂ ਵਿਚਾਰਦੇ ਆ ਤੇ ਇਹ ਸਾਰੇ ਨਾ ਉਹ ਸ਼ਖਸ ਸਨ ਜਿਹੜੇ ਨਗਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਰਿਕਾਰਡ ਰੱਖਣ ਵਾਲੇ ਸੀ, ਜਿਨ੍ਹਾਂ ਨੇ ਜੋ ਕਹਿ ਲਓ ਵੀ ਨਗਰ ਦੇ ਅੰਦਰ ਉੱਚ ਘਰਾਣੇ ਦੇ ਜਿਹੜੇ ਲੋਕ ਸਨ ਜਾਂ ਅਸਲ ਰਸੂਖ ਰੱਖਣ ਵਾਲੇ ਜਿਹੜੇ ਲੋਕ ਸੀ, ਉਹਨਾਂ ਦਾ ਰਿਕਾਰਡ ਜਾਂ ਨਗਰ ਵਿੱਚ ਹੋਣ ਵਾਲੀ ਹਰ ਇੱਕ ਕਿਰਿਆ ਦਾ ਰਿਕਾਰਡ ਇਹਨਾਂ ਨੇ ਆਪਣੇ ਕੋਲ ਰੱਖਣਾ। ਤਾਂ ਕਰਕੇ ਜਦੋਂ ਆਪਾਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੀ ਵਿਚਾਰਦੇ ਹਾਂ ਤੇ ਭੱਟਵਈਆਂ ਦੇ ਤੱਥ ਰੱਖ ਕੇ ਆਪਾਂ ਵਿਚਾਰ ਕਰਦੇ ਹਾਂ ਵੀ ਆਹ ਤਰੀਕਾਂ ਜਾਂ ਆਹ ਸਨ ਜਿਹੜੇ ਭੱਟਵਈਆਂ ਸਾਨੂੰ ਦੱਸਦੀਆਂ ਨੇ, ਕਿਉਂਕਿ ਇਹ ਸਾਰੇ ਦੇ ਸਾਰੇ ਜਿਹੜੇ ਭੱਟ ਸਨ ਇਹ ਸਾਰੇ ਨਗਰਾਂ ਵਿੱਚ ਹੋਣ ਵਾਲੇ ਜਿਹੜੇ ਕਿਰਿਆ ਸੀ, ਕਿਸੇ ਦਾ ਜਨਮ ਲੈਣਾ, ਕਿਸੇ ਦਾ ਸੰਸਾਰ ਤੋਂ ਚਲੇ ਜਾਣਾ ਜਾਂ ਕੋਈ ਹੋਰ ਕਾਰਜ ਜਿਹੜਾ ਹੋਣਾ, ਇਹਨਾਂ ਨੇ ਉਹ ਰਿਕਾਰਡ ਆਪਣੇ ਕੋਲ ਰੱਖਣਾ। ਤੇ ਇਹ ਭੱਟ ਸਾਹਿਬਾਨ ਜਦੋਂ, ਕਿਉਂਕਿ ਮੈਂ ਕੇਵਲ ਇਹਨਾਂ ਦੀ ਗੱਲ ਨਹੀਂ ਕਰਨ ਲੱਗਾ, ਮੈਂ ਕੇਵਲ ਭੱਟ ਦੀ ਗੱਲ ਕਰਨ ਲੱਗਾ ਵੀ ਭੱਟ ਦਾ ਕਾਰਜ ਕੀ ਸੀ। ਜਿੱਥੇ ਇਹਨਾਂ ਨੇ ਆਪਣੇ ਕੋਲ ਰਿਕਾਰਡ ਰੱਖਣਾ, ਆਪਣੇ ਕੋਲ ਸਾਰਾ ਡਾਟਾ ਸੰਭਾਲ ਕੇ ਰੱਖਣਾ, ਇਹਨਾਂ ਕੋਲੋਂ ਜਿਹੜਾ ਮਰਜ਼ੀ ਡਾਟਾ ਪੁੱਛ ਲਿਆ ਜਾਵੇ ਉਹ ਇਹਨਾਂ ਦੇ ਕੋਲ ਹੁੰਦਾ ਸੀ। ਜਿਵੇਂ ਹੌਲੀ ਹੌਲੀ ਕਰਦਿਆਂ ਫਿਰ ਪਿੰਡ ਦਾ ਜਿਹੜਾ ਚੌਕੀਦਾਰ ਸੀ ਉਹਦੇ ਕੋਲ ਉਹ ਸਾਰਾ ਡਾਟਾ ਜਾਣ ਲੱਗ ਪਿਆ। ਜਦੋਂ ਪਿੰਡਾਂ ਦੇ ਵਿੱਚ ਆਮ ਕਰਕੇ ਕਿਸੇ ਬੱਚੇ ਨੇ ਜਨਮ ਲੈਣਾ ਤੇ ਚੌਕੀਦਾਰ ਨੇ ਘਰ ਜਾ ਕੇ ਲਿਖ ਕੇ ਲੈ ਕੇ ਆਉਣਾ ਉਹਦਾ ਸਾਰਾ ਡਾਟਾ ਜਿਹੜਾ। ਖੈਰ, ਹੁਣ ਇਹਨਾਂ ਨੇ ਇੱਕ ਤੇ ਕਾਰਜ ਇਹਨਾਂ ਦਾ ਇਹ ਸੀ, ਦੂਜਾ ਇਹਨਾਂ ਦੇ ਕੋਲ ਨਾ ਹਰ ਗੱਲ ਦਾ ਜਵਾਬ ਘੜਿਆ ਸੀ, ਹਰ ਗੱਲ ਦਾ। ਵੀ ਜਦੋਂ ਵੀ ਕਿਸੇ ਨੇ ਕੋਈ ਸਵਾਲ ਕਰਨਾ ਇਹਨਾਂ ਜਵਾਬ ਉਸੇ ਵਕਤ ਦੇ ਦੇਣਾ। ਤੇ ਇਹ ਨਹੀਂ ਵੀ ਜਵਾਬ ਇਹਨਾਂ ਨੇ ਰੁੱਖੇ ਜਿਹੇ ਤਰੀਕੇ ਨਾਲ ਦੇਣਾ, ਇਹਨਾਂ ਨੇ ਜਵਾਬ ਦੇਣ ਲੱਗਿਆਂ ਨਾ ਜ਼ਿਆਦਾਤਰ ਇਹ ਕਾਵ ਰੂਪ ਦਾ ਵਰਤੋਂ ਜਿਹੜੀ ਉਹ ਕਰਿਆ ਕਰਦੇ, ਕਵਿਤਾਵਾਂ ਗਾਇਨ ਕਰਨੀਆਂ ਜਾਂ ਕਿਸੇ ਦੀ ਸ਼ੋਭਾ ਇਸ ਢੰਗ ਨਾਲ ਗਾਇਨ ਕਰਨੀ। ਇਹਨਾਂ ਦੇ ਸਾਹਮਣੇ ਜਿੱਡਾ ਮਰਜੀ ਵੱਡਾ ਰਾਜਾ ਜਾਂ ਜਿੱਡਾ ਮਰਜੀ ਵੱਡਾ ਬਾਦਸ਼ਾਹ ਆ ਜਾਂਦਾ ਸੀ ਨਾ, ਉਹਨੂੰ ਵੀ ਆਪਣੀ ਕਵਿਤਾ, ਆਪਣੀਆਂ ਰਚਨਾਵਾਂ, ਆਪਣੀਆਂ ਚਲਾਕੀਆਂ, ਆਪਣੀਆਂ ਚਤੁਰਾਈਆਂ ਦੇ ਨਾਲ ਨਾ ਕੀਲ ਲੈਂਦੇ ਸਨ। ਮਤਲਬ ਉਹ ਰਾਜਾ ਜਾਂ ਉਹ ਵੱਡਾ ਬਾਦਸ਼ਾਹ ਜਾਂ ਕੋਈ ਅਸਲ ਰਸੂਖ ਰੱਖਣ ਵਾਲਾ ਜਿਹੜਾ ਸ਼ਖਸ ਹੁੰਦਾ ਸੀ ਨਾ, ਉਹਨੂੰ ਵੀ ਇਹ ਮੋਹ ਲੈਂਦੇ ਸਨ। ਇਹਨਾਂ ਦੇ ਕੋਲ ਇੰਨਾ ਕੁ ਜ਼ਿਆਦਾ ਗੁਣ ਸੀ, ਕਵਿਤਾ ਦਾ ਕਹਿ ਲਓ, ਕਾਵ ਦਾ ਕਹਿ ਲਓ ਜਾਂ ਗਾਉਣ ਦਾ ਕਹਿ ਲਓ, ਵੀ ਸ਼ੋਭਾ ਕਰਦਿਆਂ ਕਰਦਿਆਂ ਇਹਨਾਂ ਨੇ ਮਨੁੱਖ ਨੂੰ ਆਪਣੇ ਕਹਿ ਲਓ ਵੀ ਪ੍ਰਭਾਵ ਹੇਠਾਂ ਲੈ ਆਉਣਾ। ਇੰਨਾ ਕੁ ਜ਼ਿਆਦਾ ਇਹਨਾਂ ਦੇ ਕੋਲ ਗੁਣ ਜਿਹੜੇ ਉਹ ਮੌਜੂਦ ਨੇ। ਤੇ ਇਹੀ ਭੱਟ ਸਾਹਿਬਾਨ ਚੱਲ ਕੇ ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰ ਤੇ ਆਉਂਦੇ ਨੇ, ਜਿਨ੍ਹਾਂ ਦਾ ਕਾਰਜ ਕੀ ਹੈ, ਵਡਿਆਈ ਕਰਨੀ, ਸ਼ੋਭਾ ਕਰਨੀ, ਸ਼ੋਭਾ ਕਰਦਿਆਂ ਸਾਹਮਣੇ ਵਾਲੇ ਸ਼ਖਸ ਨੂੰ ਆਪਣੇ ਪ੍ਰਭਾਵ ਅਧੀਨ ਲੈ ਆਉਣਾ। ਹੁਣ ਜਦੋਂ ਇਹ ਭੱਟ ਸਾਹਿਬਾਨ ਚੱਲ ਕੇ ਆਉਂਦੇ ਨੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਬਾਰ ਵਿੱਚ, ਤੇ ਇਹਨਾਂ ਨੇ ਆ ਕੇ ਜ਼ਿਕਰ ਕੀਤਾ ਸੀ ਨਾ, ਬਰਸ ਏਕ ਹੋਂ ਫਿਰਿਓ ਕਿਨੈ ਨਾ ਪਰਚੋ ਲਾਇਓ, ਕਹਿਤਿਓ ਕਹਿਤ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਇਹਨਾਂ ਨੇ ਜ਼ਿਕਰ ਕੀਤਾ ਸੀ। ਹੁਣ ਜੇ ਤੇ ਇਹਨਾਂ ਦੀ ਗੱਲ ਸੰਸਾਰਿਕ ਪੱਖ ਤੋਂ ਵੇਖੀਏ, ਜੇ ਇਹਨਾਂ ਦਾ ਪ੍ਰਭਾਵ ਸੰਸਾਰ ਤੇ ਵੇਖੀਏ, ਤੇ ਐਸਾ ਕੋਈ ਸ਼ਖਸ ਨਹੀਂ ਸੀ ਜਿਹੜਾ ਇਹਨਾਂ ਦੇ ਪ੍ਰਭਾਵ ਅਧੀਨ ਨਹੀਂ ਸੀ ਆਉਂਦਾ। ਪਰ ਜਿਸ ਵਕਤ ਇਹ ਚੱਲ ਕੇ ਗੁਰੂ ਅਰਜਨ ਸਾਹਿਬ ਦੇ ਦਰ ਤੇ ਉਹਨਾਂ ਦੇ ਦਰਬਾਰ ਵਿੱਚ ਆਉਂਦੇ ਨੇ, ਇੰਨਾ ਕੁ ਜ਼ਿਆਦਾ ਇਹ ਪ੍ਰਭਾਵਿਤ ਹੁੰਦੇ ਨੇ ਕਿ ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਵਡਿਆਈ ਕਰਨ ਤੋਂ ਬਿਨਾਂ ਰਹਿ ਨਹੀਂ ਸਕੇ, ਗੁਰੂ ਸਾਹਿਬ ਦੀ ਸ਼ੋਭਾ ਨੂੰ ਗਾਉਂਦੇ ਨੇ।
ਇਹ ਇੰਨਾ ਕੁ ਪ੍ਰਭਾਵਿਤ ਹੋਏ ਕਿਉਂਕਿ ਪਹੁੰਚੇ ਤੇ ਗੁਰੂ ਅਰਜਨ ਸਾਹਿਬ ਦੇ ਹਜ਼ੂਰ ਹੀ ਸਨ ਨਾ, ਸਤਿਗੁਰੂ ਦੇ ਦਰਬਾਰ 'ਚ ਪਹੁੰਚੇ। ਗੁਰੂ ਅਰਜਨ ਸਾਹਿਬ ਉਦੋਂ ਸਰੀਰ ਕਰਕੇ ਗੁਰੂ ਸਨ, ਜਾਂ ਇਉਂ ਕਹਿ ਲਓ ਵੀ ਗੁਰਤਾ ਗੱਦੀ ਦੇ ਮਾਲਕ ਉਸ ਵਕਤ ਗੁਰੂ ਅਰਜਨ ਸਾਹਿਬ ਜੀ ਸਨ। ਇਹਨਾਂ ਸਤਿਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਜੋ ਦਰਬਾਰ ਦੀਆਂ ਕਿਰਿਆਵਾਂ ਸਨ ਉਹਨਾਂ ਨੂੰ ਵੇਖਿਆ, ਸਤਿਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਰੋਜ਼ਾਨਾ ਦੇ ਨੇਮ ਨੂੰ ਵੇਖਿਆ, ਸਤਿਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਸੰਗਤਾਂ ਨੂੰ ਉਪਦੇਸ਼ ਦੇਣ ਦਾ ਤਰੀਕਾ ਢੰਗ ਵੇਖਿਆ, ਗੁਰੂ ਨਾਨਕ ਦੇ ਘਰ ਦਾ ਸਿਧਾਂਤ ਵੇਖਿਆ। ਜਦੋਂ ਗੁਰੂ ਅਰਜਨ ਸਾਹਿਬ ਦੀ ਦਰਬਾਰ ਦੀ ਦਿੱਖ, ਦਰਬਾਰ ਦੀ ਸ਼ੋਭਾ, ਸੰਗਤਾਂ ਦਾ ਜਿਹੜਾ ਪ੍ਰੇਮ ਹੈ ਸਤਿਗੁਰੂ ਅਰਜਨ ਦੇ ਪਾਤਸ਼ਾਹ ਨਾਲ ਵੇਖਦੇ ਤੇ ਇਹ ਭੱਟ ਸਾਹਿਬਾਨ ਪ੍ਰਭਾਵਿਤ ਹੁੰਦੇ ਨੇ। ਇਹਨਾਂ ਗੁਰੂ ਅਰਜਨ ਸਾਹਿਬ ਦੀ ਸ਼ੋਭਾ ਗਾਈ। ਉਹ ਤੋਂ ਬਾਅਦ 'ਚ ਫਿਰ ਇਹ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ ਕਰਦੇ। ਜਦੋਂ ਗੁਰੂ ਰਾਮਦਾਸ ਸਾਹਿਬ ਦੀ ਵਡਿਆਈ ਕੀਤੀ, ਫਿਰ ਇਹਨਾਂ ਕੋਸ਼ਿਸ਼ ਕੀਤੀ ਵੀ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਬਾਰੇ ਵੀ ਕੁਝ ਇਕੱਠਾ ਗਿਆਨ ਕਰੀਏ। ਗੁਰੂ ਅਮਰਦਾਸ ਸਾਹਿਬ ਦਾ ਗਿਆਨ ਇਕੱਠਾ ਕੀਤਾ, ਗੁਰੂ ਅੰਗਦ ਦੇ ਪਾਤਸ਼ਾਹ। ਫਿਰ ਇਹ ਚੱਲ ਕੇ ਗੁਰੂ ਨਾਨਕ ਸਾਹਿਬ ਪਹਿਲੇ ਗੁਰੂ ਸਾਹਿਬ ਤੱਕ ਆਉਂਦੇ। ਤੇ ਜਦੋਂ ਇਹਨਾਂ ਸਾਰੇ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਵੇਖਿਆ, ਪੜ੍ਹਿਆ, ਸੰਸਾਰ ਵਿੱਚ ਵਿਚਰਨ ਦਾ ਢੰਗ ਵੇਖਿਆ, ਸੰਸਾਰ ਵਿੱਚ ਸਮਾਜ ਦੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦਾ ਤਰੀਕਾ ਤੇ ਢੰਗ ਵੇਖਿਆ, ਫਿਰ ਇਹਨਾਂ ਨੇ ਪ੍ਰਭਾਵਿਤ ਹੋ ਕੇ ਇਹ ਬਚਨ ਵੀ ਆਪਣੀ ਰਸਨਾ ਤੋਂ ਹੀ ਆਖੇ ਸਨ, ਜੋਤ 오ਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਹੁਣ ਇਹੀ ਭੱਟ ਸਾਹਿਬਾਨ ਨੇ ਜਿਨ੍ਹਾਂ ਨੇ ਫਿਰ ਆਪਣੀ ਰਸਨਾ ਤੋਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਤੱਕ ਜਿਹੜੀ ਵਡਿਆਈ ਸ਼ੋਭਾ ਜਿਹੜੀ ਉਹਨੂੰ ਗਾਇਨ ਕੀਤਾ। ਤੇ ਇਹ ਗੱਲ ਖੁਦ ਮੰਨਦੇ ਨੇ ਕਿ ਬਾਬੇ ਨਾਨਕ ਵਰਗਾ ਨਾ ਤੇ ਸੰਸਾਰ ਤੇ ਕੋਈ ਦੂਜਾ ਹੋਇਆ ਤੇ ਨਾ ਹੋਣਾ। ਇਹਨਾਂ ਖੁਦ ਗੁਰੂ ਨਾਨਕ ਸਾਹਿਬ ਦੀ ਸ਼ੋਭਾ ਨੂੰ ਗਾਇਨ ਕੀਤਾ ਤੇ ਬਾਬੇ ਨਾਨਕ ਦੀ ਸ਼ੋਭਾ ਨੂੰ ਗਾਉਂਦਿਆਂ ਹੋਇਆਂ ਇਹ ਖੁਦ ਇੰਨੀ ਬਾਤ ਜਿਹੜੀ ਇਸ ਗੱਲ ਦੀ ਕਹਿ ਲਓ ਵੀ ਪ੍ਰੋੜਤਾ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇ ਪਾਤਸ਼ਾਹ ਤੱਕ ਕੇਵਲ ਸਰੀਰਕ ਚੋਲੇ ਬਦਲੇ ਨੇ, ਇਹਨਾਂ ਦੀ ਜੋਤ ਵੀ ਉਹੀ ਹੈ, ਜੁਗਤ ਵੀ ਉਹੀ ਹੈ, ਬਸ ਬਾਹਰੀ ਤੌਰ ਉੱਤੇ ਸਵਰੂਪ ਬਦਲਦਾ ਰਿਹਾ, ਪਰ ਸੰਗਤਾਂ ਨੂੰ ਉਪਦੇਸ਼ ਦੇਣ ਦਾ ਤਰੀਕਾ ਤੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਦੀ ਜਿਹੜੀ ਜੋਤ ਹੈ, ਜਿਹੜੀ ਜੋਤ ਗੁਰੂ ਹੈ, ਉਹ ਜੋਤ ਇੱਕੋ ਹੈ। ਤੇ ਫਿਰ ਇਹ ਸਤਿਗੁਰਾਂ ਦੀ ਸ਼ੋਭਾ ਜਿਹੜੀ ਉਹਨੂੰ ਗਾਇਨ ਕਰਦੇ। ਖੈਰ, ਤੇ ਇਹਨਾਂ ਨੇ ਨਾ ਸਭ ਤੋਂ ਪਹਿਲਾਂ ਫਿਰ ਕਿਉਂਕਿ ਤਰਤੀਬ ਤੇ ਗੁਰੂ ਅਰਜਨ ਸਾਹਿਬ ਹੀ ਬਣਾਉਂਦੇ ਨਾ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਆਦਿ ਗ੍ਰੰਥ ਦੀ, ਤੇ ਗੁਰੂ ਨਾਨਕ ਸਾਹਿਬ ਜੀ ਦੀ ਸ਼ੋਭਾ ਵਿੱਚ ਜਿਹੜੇ ਸਵਈਏ ਭੱਟ ਸਾਹਿਬਾਨਾਂ ਨੇ ਉਚਾਰਨ ਕੀਤੇ, ਪਹਿਲੋਂ ਉਹਨਾਂ ਨੂੰ ਸਤਿਗੁਰੂ ਨੇ ਅੰਕਿਤ ਕੀਤਾ। ਤੇ ਸਵਈਏ ਮਹਿਲੇ ਪਹਿਲੇ ਕੇ ਸਰਲੇਖ ਹੇਠ ਦਰਜ ਹੈ। ਇਹਨਾਂ ਵਿੱਚੋਂ ਪਹਿਲੇ ਦੋ ਸਵਈਆਂ ਦਾ ਜਿਹੜੀ ਵਿਚਾਰ ਹੈ ਆਪ ਸੰਗਤਾਂ ਨੇ ਕੱਲ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ। ਤੇ ਅੱਜ ਭੱਟ ਸਾਹਿਬਾਨਾਂ ਦੇ ਬਚਨਾਂ ਦਾ ਜ਼ਿਕਰ ਕਰਦਿਆਂ ਹੋਇਆਂ ਸਤਿਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਜੋ ਅੰਕਿਤ ਕਰਦਿਆਂ ਜ਼ਿਕਰ ਸਾਡੇ ਸਾਹਮਣੇ ਰੱਖਿਆ, ਸਾਡੇ ਸਨਮੁਖ ਰੱਖਿਆ। ਤੇ ਪਹਿਲੋਂ ਸਵਈਏ ਵੀ ਭੱਟ ਕੱਲ ਜੀ ਦੇ ਨੇ। 11 ਭੱਟ ਚੱਲ ਕੇ ਸਤਿਗੁਰੂ ਦੇ ਦਰ ਤੇ ਆਏ ਸਨ। ਹੁਣ ਇਹ 11 ਦੇ 11 ਜਿਹੜੇ ਬੜੇ ਧਾਰਮਿਕ ਖਿਆਲਾਂ ਵਾਲੇ ਨੇ, 11 ਦੇ 11 ਹੀ ਬੜੇ ਚੰਗੇ ਜੀਵਨ ਦੇ ਮਾਲਕ ਵੀ ਨੇ। ਜਿਹੜਾ ਬਚਨ ਆਪਾਂ ਪਹਿਲੋਂ ਸਾਂਝਾ ਕੀਤਾ, ਬਰਸ ਏਕ ਹੋਂ ਫਿਰਿਓ, ਉਹ ਬਚਨ ਇਸ ਗੱਲ ਦੀ ਪ੍ਰੋੜਤਾ ਕਰ ਰਿਹਾ ਵੀ ਇਹ ਸਾਰੇ ਧਾਰਮਿਕ ਖਿਆਲਾਂ ਦਾ ਖਿਆਲ ਰੱਖਣ ਵਾਲੇ ਨੇ। ਧਾਰਮਿਕ ਖਿਆਲ ਰੱਖਦੇ ਸਨ ਤੇ ਧਰਮ ਦੀ ਖੋਜ ਕਰਦੇ ਹੋਏ ਤੁਰੇ ਹੋਏ ਸੀ ਨਾ। ਧਾਰਮਿਕ ਖਿਆਲ ਰੱਖਦੇ ਸੀ ਤੇ ਮਨ ਦੀ ਸ਼ਾਂਤੀ ਦੀ, ਮਨ ਦੇ ਸਕੂਨ ਦੀ ਖੋਜ ਕਰਦੇ ਹੋਏ ਤੁਰੇ ਨੇ। ਜੇ ਧਾਰਮਿਕ ਖਿਆਲ ਨਾ ਹੁੰਦਾ ਜਾਂ ਧਾਰਮਿਕ ਵਿਚਾਰਾਂ ਨਾ ਹੁੰਦੀਆਂ, ਭੱਟ ਤੇ ਹੋਰ ਵੀ ਬਹੁਤ ਨੇ। ਕਿਉਂਕਿ ਭੱਟ ਜਿਹੜਾ ਹੈ ਨਾ, ਇਹ ਭੱਟ ਉਹਨਾਂ ਦੇ ਦਰਬਾਰ ਵਿੱਚ ਕਹਿ ਲਓ, ਰਾਜਿਆਂ ਦੇ ਬਾਦਸ਼ਾਹਾਂ ਦੇ ਦਰਬਾਰ ਵਿੱਚ ਰੱਖੇ ਹੁੰਦੇ ਸਨ, ਜਿਨ੍ਹਾਂ ਨੇ ਸਮੇਂ-ਸਮੇਂ ਉੱਤੇ ਬਾਦਸ਼ਾਹਾਂ ਦੀ ਸ਼ੋਭਾ ਨੂੰ ਗਾਉਣਾ, ਰਾਜਿਆਂ ਦੀ ਵਡਿਆਈ ਨੂੰ ਗਾਉਣਾ, ਕਵਿਤਾਵਾਂ ਬਣਾ ਕੇ ਇਹਨਾਂ ਨੇ ਗਾਇਨ ਕਰਨਾ। ਹੁਣ ਇਹ ਭੱਟ ਸਾਹਿਬਾਨ ਜੇ ਬਾਕੀ ਭੱਟਾਂ ਵਾਂਗੂ ਧਾਰਮਿਕ ਵਿਚਾਰਾਂ ਨਾ ਰੱਖਦੇ ਤੇ ਕਿਤੇ ਨਾ ਕਿਤੇ ਜਾ ਕੇ ਇਹ ਵੀ ਕਿਸੇ ਸੰਸਾਰਿਕ ਬਾਦਸ਼ਾਹ ਦੇ ਦਰਬਾਰ ਵਿੱਚ ਉਹਦੀ ਸ਼ੋਭਾ ਗਾਉਂਦੇ ਹੁੰਦੇ, ਉਹਦੀ ਵਡਿਆਈ ਗਾਇਨ ਕਰਦੇ ਹੁੰਦੇ। ਪਰ ਧਾਰਮਿਕ ਖਿਆਲ ਹੋਣ ਕਰਕੇ ਇਹਨਾਂ ਮਨ ਦੇ ਸਕੂਨ
ਧਰਮ ਦੀ ਖੋਜ ਕਰਨੀ ਸ਼ੁਰੂ ਕੀਤੀ ਤੇ ਧਰਮ ਦੀ ਖੋਜ ਕਰਦਿਆਂ ਕਰਦਿਆਂ ਇਹਨਾਂ ਨੇ ਕਹਿਤਿਓਂ ਕਹਿਤ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਦੁਨੀਆ ਦਾ ਹਰ ਦਰਵਾਜ਼ਾ ਵੇਖਿਆ, ਜਦੋਂ ਹਰ ਦਰਵਾਜ਼ੇ ਤੇ ਜਾ ਕੇ ਵੇਖਿਆ ਤੇ ਬਾਤ ਗੁਰੂ ਅਰਜਨ ਸਾਹਿਬ ਕੋਲ ਆ ਕੇ ਕਰਦਿਆਂ ਆਖਦੇ ਵੀ ਸਤਿਗੁਰੂ ਜੀ ਅਸੀਂ ਵੇਖਿਆ ਤੇ ਹੈ ਦੁਨੀਆ ਦਾ ਹਰ ਦਰਵਾਜ਼ਾ ਖੜਕਾ ਕੇ ਦਰਵਾਜ਼ੇ ਅੰਦਰ ਜਾ ਕੇ, ਪਰ ਉੱਥੇ ਇਹ ਮਹਿਸੂਸ ਕੀਤਾ ਕਿ ਗੱਲਾਂ ਸਿਰਫ ਕਹਿਣ ਵਾਲੀਆਂ ਹੀ ਨੇ, ਰਹਿਤ ਕਿਸੇ ਕੋਲ ਵੀ ਨਹੀਂ ਹੈ, ਰਹਿਣੀ ਕਿਸੇ ਕੋਲ ਵੀ ਨਹੀਂ ਹੈ, ਸਿਰਫ ਜ਼ੁਬਾਨ ਕਰਕੇ ਸਾਰੇ ਆਖਣ ਵਾਲੇ ਹੀ ਨੇ। ਤੇ ਗੁਰੂ ਸਾਹਿਬ ਕੋਲ ਆ ਕੇ ਫਿਰ ਇਹਨਾਂ ਨੂੰ ਇੱਕ ਮਨ ਦਾ ਸਕੂਨ ਕਹਿ ਲੋ, ਮਨ ਦੀ ਸ਼ਾਂਤੀ ਕਹਿ ਲੋ, ਉਹ ਮਿਲੀ। ਤੇ ਇਹਨਾਂ 11 ਭੱਟ ਸਾਹਿਬਾਨਾਂ ਦੇ ਵਿੱਚੋਂ ਜਿਹੜੇ ਮੋਹਤਬਾਰ ਨੇ, ਜਿਨ੍ਹਾਂ ਨੂੰ ਆਪਾਂ ਆਗੂ ਕਹਿ ਸਕਦੇ ਹਾਂ, ਬਾਕੀ 10 ਭੱਟ ਸਾਹਿਬਾਨਾਂ ਦੇ ਜਿਹੜੇ ਆਗੂ ਨੇ ਉਹ ਭੱਟ ਕੱਲ ਜੀ ਨੇ। ਤੇ ਇਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਵਡਿਆਈ ਵਿੱਚ ਬਚਨ ਉਚਾਰੇ, ਉਹਨਾਂ ਵਿੱਚ ਜ਼ਿਕਰ ਕੀਤਾ, ਕਹਿੰਦੇ ਗਾਵੇਂ ਜਨਕਾਦ ਜੁਗਤ ਜੋਗੇਸ਼ਰ ਹਰ ਰਸ ਪੂਰਨ ਸਰਬ ਕਲਾ। ਹੁਣ ਖਿਆਲ ਇਹ ਵੀ ਰੱਖਿਓ, ਥੋੜਾ ਜਿਹਾ ਮੈਂ ਜ਼ਿਕਰ ਕਰਦਾ ਚੱਲਾਂ, ਇਹ ਆਏ ਸਾਰੇ ਦੇ ਸਾਰੇ ਸਨਾਤਨ ਧਰਮਾਂ ਵਿੱਚੋਂ ਹੀ ਚੱਲ ਕੇ ਨੇ, ਹੋਰਾਂ ਧਰਮਾਂ ਵਿੱਚੋਂ। ਸਿੱਖੀ ਬਾਰੇ ਤੇ ਇਹਨਾਂ ਨੂੰ ਉਦੋਂ ਪਤਾ ਲੱਗ ਜਾਂਦਾ ਜਦੋਂ ਗੁਰੂ ਅਰਜਨ ਸਾਹਿਬ ਦੇ ਦਰ ਤੇ ਆਉਂਦੇ ਨੇ। ਉਦੋਂ ਪਹਿਲਾਂ ਤੇ ਸਾਰੇ ਸਨਾਤਨ ਧਰਮਾਂ ਨਾਲ ਸੰਬੰਧ ਰੱਖਣ ਵਾਲੇ, ਕੋਈ ਕਿਸੇ ਧਰਮ ਨਾਲ ਸੰਬੰਧ ਰੱਖਦਾ, ਕੋਈ ਕਿਸੇ ਨਾਲ ਸੰਬੰਧ ਰੱਖਦਾ। ਤੇ ਇਹਨਾਂ ਦੀਆਂ ਨਜ਼ਰਾਂ ਦੇ ਅੰਦਰ ਜਿਹੜੇ ਉੱਚੇ ਨੇ, ਜਿਨ੍ਹਾਂ ਨੂੰ ਇਹ ਕਹਿ ਲੋ ਵੀ ਬੜੇ ਭਲੇ ਤੇ ਚੰਗੇ ਸ਼ਖਸ ਮੰਨਦੇ, ਹੁਣ ਜਦੋਂ ਗੁਰੂ ਨਾਨਕ ਸਾਹਿਬ ਦੀ ਸ਼ੋਭਾ ਗਾਇਨ ਕਰਨ ਲੱਗੇ ਨਾ, ਬਾਬੇ ਨਾਨਕ ਦੀ ਵਡਿਆਈ ਇਹਨਾਂ ਨੇ ਗਾਇਨ ਕੀਤੀ ਤੇ ਜ਼ਿਕਰ ਕਰਦੇ ਆ, ਪਤਾ ਕੀ ਆਖਿਆ ਵੀ ਗੁਰੂ ਨਾਨਕ ਸਾਹਿਬ ਜੀ ਤੁਸੀਂ ਖੁਦ ਪਰਮੇਸ਼ਵਰ ਸਰੂਪ ਹੋ, ਖੁਦ ਪਰਮਾਤਮਾ ਦਾ ਰੂਪ ਹੋ, ਤੇ ਜਿਸ ਕਰਕੇ ਬਾਕੀ ਜਿਹੜੇ ਸੰਸਾਰ ਦੇ ਉੱਤੇ ਰਹਿਣ ਵਾਲੇ ਨੇ ਉਹ ਤੁਹਾਨੂੰ ਗਾ ਰਹੇ ਨੇ। ਤੇ ਉਹਨਾਂ ਗਾਉਣ ਵਾਲਿਆਂ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਬੜੇ ਉੱਚੇ ਤੇ ਸੁੱਚੇ ਕਹਿ ਲੋ ਜਾਂ ਚੰਗੇ ਜੀਵਨਾਂ ਦੇ ਮਾਲਕ ਕਹਿ ਲੋ, ਜਿਨ੍ਹਾਂ ਨੇ ਰੱਬ ਦੀ ਆਰਾਧਨਾ ਕੀਤੀ, ਰੱਬ ਦੀ ਸ਼ੋਭਾ ਗਾਇਨ ਕੀਤੀ। ਤੇ ਸਭ ਤੋਂ ਪਹਿਲਾਂ ਇਹਨਾਂ ਜ਼ਿਕਰ ਕੀਤਾ, ਕਹਿੰਦੇ ਗਾਵੇਂ ਜਨਕਾਦ। ਰਾਜਾ ਜਨਕ ਜਿਹੜਾ ਇਹਨੂੰ ਬੜਾ ਧਰਮੀ ਮੰਨਿਆ ਜਾਂਦਾ ਹੈ। ਜਦੋਂ ਮਹਾਨ ਕੋਸ਼ ਪੜ੍ਹੋਗੇ ਨਾ, ਤੇ ਮਹਾਨ ਕੋਸ਼ ਦੇ ਅੰਦਰ ਭਾਈ ਕਾਹਨ ਸਿੰਘ ਨਾਭਾ ਜੀ ਨੇ ਜਨਕ ਦਾ ਜਦੋਂ ਜ਼ਿਕਰ ਕੀਤਾ ਤੇ ਜਨਕ ਦੇ ਉਹਨਾਂ ਕਈ ਅਰਥ ਕੀਤੇ। ਤੇ ਉਹਨਾਂ ਦੇ ਵਿੱਚ ਨਾ ਜਨਕ ਦਾ ਅਰਥ ਉਹ ਜਨਨ ਵਾਲਾ ਵੀ ਕਰਦੇ ਨੇ, ਜਨਕ ਦਾ ਅਰਥ ਉਹ ਜੀਵਨ ਦੇਣ ਵਾਲਾ ਵੀ ਕਰਦੇ ਨੇ, ਤੇ ਜਨਕ ਦਾ ਅਰਥ ਉਹਨਾਂ ਰਾਜੇ ਜਨਕ ਨੂੰ ਲੈ ਕੇ ਵੀ ਕੀਤਾ। ਹੁਣ ਰਾਜਾ ਜਨਕ ਜਿਹੜਾ ਇਹ ਬੜੇ ਧਾਰਮਿਕ ਖਿਆਲਾਤਾਂ ਦਾ ਮਾਲਕ ਸੀ। ਰਾਜੇ ਜਨਕ ਦੇ ਬਾਰੇ ਆਪਾਂ ਪਹਿਲਾਂ ਵੀ ਵਿਚਾਰਦੇ ਹਾਂ, ਉਹਦੇ ਜੀਵਨ ਵਿੱਚੋਂ ਕਈ ਤਰ੍ਹਾਂ ਦੀਆਂ ਉਦਾਹਰਨਾਂ, ਕਈ ਤਰ੍ਹਾਂ ਦੀ ਜੀਵਨ ਜਾਂਚ ਜਿਹੜੀ ਆਪਾਂ ਨੂੰ ਮਿਲਦੀ ਹੈ, ਕਈ ਤਰ੍ਹਾਂ ਦੀਆਂ ਉਹਨਾਂ ਦੇ ਜੀਵਨ ਵਿਚਲੀਆਂ ਘਟਨਾਵਾਂ ਸਾਨੂੰ ਸਮਝਣ ਦੇ ਲਈ ਮਿਲਦੀਆਂ ਨੇ। ਹੁਣ ਪਹਿਲੋਂ ਜ਼ਿਕਰ ਕੀਤਾ, ਕਹਿੰਦੇ ਗਾਵੇਂ ਜਨਕਾਦ। ਗੁਰੂ ਨਾਨਕ ਸਾਹਿਬ ਜੀ ਦੀ ਸ਼ੋਭਾ ਵਿੱਚ ਜ਼ਿਕਰ ਕਰਦੇ ਆ, ਆਖਦੇ ਕਹਿੰਦੇ ਸਤਿਗੁਰੂ ਨਾਨਕ ਦੇਵ ਜੀ ਤੁਹਾਨੂੰ ਰਾਜਾ ਜਨਕ ਜਿਹੜਾ ਨਾ ਉਹ ਵੀ ਗਾਇਨ ਕਰ ਰਿਹਾ, ਤੁਹਾਡੀ ਸ਼ੋਭਾ ਗਾਉਂਦਾ, ਤੁਹਾਡੀ ਵਡਿਆਈ ਕਰਦਾ ਹੈ। ਜਿੱਥੇ ਉਹ ਤੁਹਾਡੀ ਵਡਿਆਈ ਕਰ ਰਿਹਾ ਨਾ, ਉੱਥੇ ਜੁਗਤ ਜੋਗੇਸ਼ਰ ਵੱਡੇ ਵੱਡੇ ਜਿਹੜੇ ਰਿਸ਼ੀ ਨੇ, ਵੱਡੇ ਵੱਡੇ ਜਿਹੜੇ ਜੋਗੀ ਨੇ, ਜਿਨ੍ਹਾਂ ਦੇ ਕੋਲ ਜੁਗਤੀਆਂ ਨੇ, ਕਈ ਤਰ੍ਹਾਂ ਦੀਆਂ ਜੁਗਤੀਆਂ, ਕਈ ਤਰ੍ਹਾਂ ਦੇ ਤਰੀਕੇ, ਕਈ ਤਰ੍ਹਾਂ ਦੇ ਢੰਗ ਨੇ, ਉਹ ਸਾਰੇ ਦੇ ਸਾਰੇ ਵੀ ਹਰ ਰਸ ਪੂਰਨ ਸਰਬ ਕਲਾ, ਜਿਹੜੇ ਹਰੀ ਰਸ ਵਿੱਚ ਪਰਿਪੂਰਨ ਨੇ, ਹਰੀ ਰਸ ਨਾਲ ਹਰ ਪ੍ਰਕਾਰ ਜਿਹੜੇ ਭਰੇ ਹੋਏ ਨੇ, ਸਾਰੀਆਂ ਸ਼ਕਤੀਆਂ ਜਿਨ੍ਹਾਂ ਦੇ ਕੋਲ ਨੇ, ਜੁਗਤੀਆਂ ਜਿਨ੍ਹਾਂ ਦੇ ਕੋਲ ਨੇ, ਜਿਹੜੇ ਅਕਾਲ ਪੁਰਖ ਨਾਲ ਜੁੜ ਚੁੱਕੇ ਨੇ, ਜਿਨ੍ਹਾਂ ਕੋਲ ਜੁੜਨ ਦੀਆਂ ਜੁਗਤੀਆਂ ਨੇ, ਰਾਜੇ ਜਨਕ ਵਰਗੇ ਜਿਹੜੇ ਬੜੀਆਂ ਤਾਕਤਾਂ ਦੇ ਮਾਲਕ ਨੇ, ਜਾਂ ਹੋਰ ਵੱਡੇ ਵੱਡੇ ਪੁੱਗੇ ਹੋਏ ਜੋਗੀ ਜਿਹੜੇ ਨੇ, ਉਹ ਸਾਰੇ ਦੇ ਸਾਰੇ ਹਰ ਰਸ ਪੂਰਨ ਸਰਬ ਕਲਾ, ਜਿਹੜੇ ਹਰੀ ਰਸ ਨਾਲ ਪੂਰੇ ਹੋਏ ਨੇ, ਉਹ ਕੀ ਕਰ ਰਹੇ? ਗਾਵੇਂ, ਤੁਹਾਨੂੰ ਗਾ ਰਹੇ ਨੇ, ਜਿਹੜੇ ਰੱਬ ਦੇ ਰਸ ਵਿੱਚ ਪਰਿਪੂਰਨ। ਮੈਂ ਪਹਿਲਾਂ ਜ਼ਿਕਰ ਕੀਤਾ ਵੀ ਇਹਨਾਂ ਭੱਟ ਸਾਹਿਬਾਨਾਂ ਨੇ ਉਹਨਾਂ ਸ਼ਖਸੀਅਤਾਂ ਦਾ ਜ਼ਿਕਰ ਕੀਤਾ ਜਿਹੜੇ ਹਰ ਰਸ ਪੂਰਨ ਸਰਬ ਕਲਾ, ਹਰੀ ਰਸ ਵਿੱਚ ਜਿਹੜੇ ਪਰਿਪੂਰਨ ਨੇ, ਰੱਬ ਦਾ ਰਸ ਜਿਹੜੇ ਚੱਖ ਰਹੇ ਨੇ, ਰੱਬ ਦੇ ਨਾਮ ਦਾ ਰਸ ਜਿਹੜੇ ਲੈ ਰਹੇ ਨੇ, ਰੱਬ ਦੀ ਸ਼ੋਭਾ ਜਿਹੜੇ ਆਪਣੇ ਜੀਵਨ ਵਿੱਚ ਜਿਨ੍ਹਾਂ ਗਾਇਨ ਕੀਤੀ, ਰੱਬ ਦੀ ਇਕਮਿਕਤਾ ਜਿਨ੍ਹਾਂ ਨੇ ਹਾਸਲ ਕੀਤੀ, ਉਹਨਾਂ ਦੀ ਉਦਾਹਰਨਾਂ ਦੇ ਕਰਕੇ ਭੱਟ ਕੱਲ ਜੀ ਨੇ ਸਭ ਤੋਂ ਪਹਿਲਾਂ ਰਾਜੇ ਜਨਕ ਦੀ ਜ਼ਿਕਰ ਕੀਤਾ। ਰਾਜਾ ਜਨਕ ਵੀ ਉਹ ਵੀ ਗੁਰੂ ਨਾਨਕ ਸਾਹਿਬ ਤੁਹਾਨੂੰ ਗਾ ਰਿਹਾ।
ਫਿਰ ਜਿਹੜੇ ਜੁਗਤੀਆਂ ਰੱਖਣ ਵਾਲੇ ਜੋਗੇਸ਼ਰ ਵੱਡੇ ਵੱਡੇ ਜੋਗੀ ਨੇ ਉਹ ਵੀ ਤੁਹਾਨੂੰ ਗਾਉਂਦੇ ਨੇ, ਜਿਹੜੇ ਹਰੀ ਰਸ ਦੇ ਨਾਲ ਸਾਰੀਆਂ ਤਾਕਤਾਂ ਨਾਲ ਪਰਿਪੂਰਨ ਨੇ ਫਿਰ ਗਾਵੇਂ ਸਨਕਾਦ। ਹੁਣ ਸਨਕਾਦ ਜਿਹੜੇ ਨੇ ਇਹਨਾਂ ਦਾ ਸਨਕ, ਸਨੰਦ, ਸਨਤ ਕੁਮਾਰ ਇਹ ਸਾਰੇ ਬ੍ਰਹਮਾ ਜੀ ਦੇ ਪੁੱਤਰ ਨੇ। ਸਨਕ ਆਦਿ 4 ਪੁੱਤਰ ਬ੍ਰਹਮਾ ਜੀ ਦੇ ਮੰਨੇ ਜਾਂਦੇ। ਗਾਵੇਂ ਸਨਕਾਦ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਉਹ ਵੀ ਗਾ ਰਹੇ ਨੇ। ਜਿਹੜੇ ਬ੍ਰਹਮਾ ਜੀ ਦੇ 4 ਪੁੱਤਰ ਨੇ ਉਹ ਬ੍ਰਹਮਾ ਜੀ ਦੇ 4 ਪੁੱਤਰ ਚਾਹੇ ਸਨੰਦ ਹੈ, ਚਾਹੇ ਸਨਤ ਕੁਮਾਰ ਹੈ, ਚਾਹੇ ਸਨੰਦਨ ਹੈ, ਇਹ ਸਾਰੇ ਦੇ ਸਾਰੇ ਗੁਰੂ ਨਾਨਕ ਸਾਹਿਬ ਤੁਹਾਨੂੰ ਗਾ ਰਹੇ ਨੇ। ਸਾਧ ਸਿਧਾਦਿਕ ਵੱਡੇ ਵੱਡੇ ਸਿੱਧ ਜਿਹੜੇ ਨੇ ਉਹ ਵੀ ਤੁਹਾਨੂੰ ਗਾ ਰਹੇ। ਸਾਧ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ ਉਹਨਾਂ ਵੀ ਤੁਹਾਡੀ ਸ਼ੋਭਾ, ਤੁਹਾਡੀ ਵਡਿਆਈ ਜਿਹੜੀ ਉਹਨੂੰ ਗਾਇਨ ਕੀਤਾ। ਮੁਨ ਜਨ ਗਾਵੇ ਅਸ਼ਲ ਸ਼ਲਾ, ਵੱਡੇ ਵੱਡੇ ਮੁਨੀ, ਮੁਨ ਦੇ ਨੰਨੇ ਨੂੰ ਸਿਹਾਰੀ, ਜਦੋਂ ਨੰਨੇ ਨੂੰ ਸਿਹਾਰੀ ਆ ਜਾਂਦੀ ਤੇ ਆਪਾਂ ਅਰਥ ਮੁਨੀ ਕਰਦੇ। ਵੱਡੇ ਵੱਡੇ ਮੁਨੀ ਜਨ ਗਾਵੇ ਸਾਰੇ ਗਾ ਰਹੇ ਨੇ ਕਿ ਜਿਹੜੇ ਅਸ਼ਲ ਨੇ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਨੂੰ ਛਲਣ ਵਾਲੀ ਮਾਇਆ ਵੀ ਛਲ ਨਹੀਂ ਸਕੀ, ਕਿਉਂਕਿ ਮਾਇਆ ਨੇ ਸੰਸਾਰ ਉੱਤੇ ਇਤਨਾ ਕੁ ਪ੍ਰਭਾਵ ਆਪਣਾ ਪਾਇਆ ਕਿ ਕੋਈ ਟਾਵਾਂ ਕੋਈ ਵਿਰਲਾ ਹੀ ਹੈ ਜਿਹੜਾ ਇਹਦੇ ਪ੍ਰਭਾਵ ਤੋਂ ਬਚਿਆ। ਜਦੋਂ ਆਪਾਂ ਸਤਿਗੁਰਾਂ ਦੀ ਬਾਣੀ ਪੜ੍ਹਦੇ ਆ ਨਾ, ਤੇ ਬਾਣੀ ਨੂੰ ਪੜ੍ਹਦਿਆਂ ਹੋਇਆਂ ਖਿਆਲ ਕਰਿਓ ਗੁਰੂ ਸਾਹਿਬ ਨੇ ਇੱਥੋਂ ਤੱਕ ਵੀ ਜ਼ਿਕਰ ਕੀਤਾ, ਵੱਡੀਆਂ ਵੱਡੀਆਂ ਸ਼ਖਸੀਅਤਾਂ ਦਾ ਨਾਮ ਲੈਂਦਿਆਂ ਸਤਿਗੁਰੂ ਜੀ ਜ਼ਿਕਰ ਕਰਦੇ ਵੀ ਇਹ ਸਾਰੇ ਵੀ ਮਾਇਆ ਦੇ 3 ਗੁਣਾਂ ਵਿੱਚ ਰੋਗੀ ਹੋ ਕੇ ਆਪਣਾ ਜੀਵਨ ਜਿਹੜਾ ਉਹਨੂੰ ਗੁਜ਼ਾਰ ਰਹੇ ਨੇ। ਇਹਨਾਂ ਨੇ ਵੀ ਮਾਇਆ ਦੇ 3 ਗੁਣਾਂ ਤੋਂ ਆਪਣਾ ਆਪਾ ਜਿਹੜਾ ਉਹ ਨਹੀਂ ਬਚਾ ਸਕੇ, ਮਾਇਆ ਦੇ ਪ੍ਰਭਾਵ ਅਧੀਨ ਆ ਗਏ। ਮਾਇਆ ਨੇ ਇਹਨਾਂ ਨੂੰ ਵੀ ਛਲ ਲਿਆ, ਕਿਉਂਕਿ ਇਹ ਐਸੀ ਇੱਕ ਚੀਜ਼, ਇੱਕ ਐਸੀ ਤਾਕਤ ਕਹਿ ਲੋ ਰੱਬ ਦੀ ਬਣਾਈ ਹੋਈ ਹੈ ਵੀ ਜਿੰਨੇ ਕਿਸੇ ਨਾ ਕਿਸੇ ਰੂਪ ਅੰਦਰ ਕਿਸੇ ਨਾ ਕਿਸੇ ਢੰਗ ਦੇ ਨਾਲ ਜੀਵ ਦੇ ਉੱਤੇ ਆਪਣਾ ਪ੍ਰਭਾਵ ਪਾ ਹੀ ਲੈਣਾ। ਤੇ ਮਾਇਆ ਦਾ ਪ੍ਰਭਾਵ ਇੰਨਾ ਕੁ ਜ਼ਿਆਦਾ ਹੈ, ਕੱਲੇ ਮਨੁੱਖਾਂ ਉੱਤੇ ਨਹੀਂ, ਮਾਇਆ ਦਾ ਪ੍ਰਭਾਵ ਜਾਨਵਰਾਂ ਉੱਤੇ ਵੀ ਹੈ, ਮਾਇਆ ਦਾ ਪ੍ਰਭਾਵ ਪੰਛੀਆਂ ਉੱਤੇ ਵੀ ਹੈ, ਤੇ ਜਿੰਨੇ ਵੀ ਸੰਸਾਰਿਕ ਤੌਰ ਤੇ ਕਹਿ ਸਕਦੇ ਆ ਕੁਦਰਤ ਵਿਚਲੇ ਜੀਵ ਨੇ, ਚਾਹੇ ਸਾਨੂੰ ਦਿਸ ਰਹੇ ਤੇ ਚਾਹੇ ਨਹੀਂ, ਉਹ ਸਾਰੇ ਦੇ ਸਾਰੇ ਜੀਵ ਇਸ ਮਾਇਆ ਤੋਂ ਪ੍ਰਭਾਵਿਤ ਨੇ। ਬਸ ਇਉਂ ਕਹਿ ਲੋ ਵੀ ਇਹਨੇ ਵੱਖਰੇ ਵੱਖਰੇ ਰੂਪ ਦੇ ਅੰਦਰ ਆਪਣਾ ਪ੍ਰਭਾਵ ਜਿਹੜਾ ਉਹ ਹਰ ਜੀਵ ਉੱਤੇ ਰੱਖਿਆ। ਤੇ ਭੱਟ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਤੁਸੀਂ ਅਛਲ, ਤੁਹਾਨੂੰ ਇਹ ਮਾਇਆ ਛਲ ਨਹੀਂ ਸਕੀ, ਜਿਨਨੇ ਸਾਰੇ ਦੇ ਸਾਰੇ ਜਗਤ ਨੂੰ ਛਲ ਕੇ ਰੱਖਿਆ, ਜਿਹਨੂੰ ਮਾਲਕ ਪਾਤਸ਼ਾਹ ਨੇ ਬਾਣੀ ਚ ਆਖਿਆ ਨਾ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਇਹ ਇੰਨੀ ਕੁ ਜ਼ਿਆਦਾ ਤਾਕਤਵਰ ਕਹਿ ਲੋ, ਇੰਨੀ ਕੁ ਬਲਵਾਨ ਹੈ ਵੀ ਜਿਹੜਾ ਇਨਸਾਨ ਇਹਦੀ ਸੇਵਾ ਵਾਲੇ ਪਾਸੇ ਜੁੜਦਾ ਇਹ ਉਹਨੂੰ ਹੀ ਆਪਣੇ ਪ੍ਰਭਾਵ ਅਧੀਨ ਲੈ ਆਉਂਦੀ ਹੈ। ਜਿਹੜਾ ਇਹਦੀ ਸੇਵਾ ਵਾਲੇ ਪਾਸੇ ਲੱਗਦਾ ਹੈ ਇਹ ਉਸੇ ਨੂੰ ਹੀ ਖਾ ਲੈਂਦੀ ਹੈ, ਉਸੇ ਨੂੰ ਹੀ ਆਪਣਾ ਭੋਜਨ ਬਣਾ ਲੈਂਦੀ ਹੈ, ਤੇ ਉਹਨੂੰ ਗਰਸ ਲੈਂਦੀ ਹੈ, ਉਹਨੂੰ ਛਲ ਲੈਂਦੀ ਹੈ, ਉਹਨੂੰ ਠੱਗ ਲੈਂਦੀ ਹੈ। ਜਿਹਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਜ਼ਿਕਰ ਕਰਦਿਆਂ ਹੋਇਆਂ ਆਖਿਆ ਸੀ ਵੀ ਅਕਾਲ ਪੁਰਖ ਪਰਮੇਸ਼ਵਰ ਨੇ ਇਹ ਠੱਗ ਬੂਟੀ ਲਾਈ ਹੈ, ਤੇ ਇਹ ਠੱਗ ਬੂਟੀ ਐਸੀ ਹੈ ਵੀ ਹਰ ਇੱਕ ਜੀਵ ਨੂੰ ਠੱਗ ਰਹੀ ਹੈ। ਹਰ ਜੀਵ ਇਹਦੇ ਪ੍ਰਭਾਵ ਅਧੀਨ ਹੈ, ਠੱਗਿਆ ਜਾ ਰਿਹਾ ਹੈ, ਕੋਈ ਕਿਸੇ ਢੰਗ ਨਾਲ ਤੇ ਕੋਈ ਕਿਸੇ ਤਰੀਕੇ ਨਾਲ। ਤੇ ਸਤਿਗੁਰੂ ਜੀ ਦੀ ਵਡਿਆਈ ਕਰਦਿਆਂ, ਸਾਹਿਬ ਜੀ ਦੀ ਸ਼ੋਭਾ ਗਾਇਨ ਕਰਦਿਆਂ ਭੱਟ ਕੱਲ ਜੀ ਕਹਿੰਦੇ ਰੱਬ ਜੀ ਸਨਕ ਵਰਗੇ, ਸਨੰਦਨ ਵਰਗੇ, ਸਨਤ ਕੁਮਾਰ ਵਰਗੇ ਇਹ ਸਾਰੇ ਦੇ ਸਾਰੇ ਵੱਡੇ ਵੱਡੇ ਸਾਧੂ ਜਨ, ਵੱਡੇ ਵੱਡੇ ਸਿੱਧ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ, ਔਰ ਜਿਹੜੇ ਆਪਣੇ ਆਪ ਨੂੰ ਬੜੇ ਉੱਚੇ ਜਨ ਸਮਝਦੇ ਸਨ, ਮੁਨੀ ਜਿਹੜੇ ਸਨ, ਜਦੋਂ ਉਹਨਾਂ ਗਾਇਨ ਕੀਤਾ, ਉਹਨਾਂ ਵਡਿਆਈ ਕੀਤੀ, ਤੇ ਉਹ ਵੀ ਤੁਹਾਡੀ ਹੀ ਸ਼ੋਭਾ ਗਾਉਂਦੇ ਨੇ, ਕਿਉਂਕਿ ਉਹ ਸਾਰੇ ਮਾਇਆ ਦੇ ਪ੍ਰਭਾਵ ਅਧੀਨ ਨੇ। ਪਰ ਜਦੋਂ ਤੁਹਾਡੀ ਸ਼ਖਸੀਅਤ ਵੱਲ ਵੇਖਿਆ ਜਾਏ, ਤੁਹਾਡੇ ਜੀਵਨ ਕਾਲ ਵੱਲ ਵੇਖਿਆ ਜਾਏ, ਜਾਂ ਤੁਹਾਡੀ ਜੀਵਨ ਜੁਗਤੀ ਵੱਲ ਵੇਖਿਆ ਜਾਏ, ਤੇ ਮਾਲਕ ਪਾਤਸ਼ਾਹ ਜੀ ਤੁਸੀਂ ਮਾਇਆ ਦੇ ਛਲ ਤੋਂ ਬੜੀ ਦੂਰ ਹੋ। ਤੁਹਾਨੂੰ ਮਾਇਆ ਕਿਸੇ ਪ੍ਰਕਾਰ ਵੀ ਛਲ ਨਹੀਂ ਸਕੀ, ਜਿਸ ਕਰਕੇ ਸਾਰੇ ਦੇ ਸਾਰੇ ਜੀਵ ਹੀ ਤੁਹਾਨੂੰ ਗਾ ਰਹੇ ਹਨ। ਗਾਵੇ ਗੁਣ ਤੋਮ ਅਟਲ ਮੰਡਲਵੈ, ਭਗਤ ਪਾਏ ਰਸ ਜਾਣਿਓ।
ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਫਿਰ ਜ਼ਿਕਰ ਕੀਤਾ ਭੱਟ ਜੀ ਨੇ, ਗਾਵੇਂ ਗੁਣ ਧੂਮ। ਧੂਮ ਇੱਕ ਰਿਸ਼ੀ ਹੈ, ਇੱਕ ਰਿਸ਼ੀ ਹੋਇਆ ਇਹ ਵੀ। ਇਹਦੇ ਪਿਤਾ ਦਾ ਨਾਮ ਧੂਮ ਕਰਕੇ ਲਿਖਿਆ, ਧੱਧਾ ਧੱਧੇ ਨੂੰ ਦੁਲੈਂਕੜ ਤੇ ਮੰਮਾ ਧੂਮ। ਇਹ ਉਹਦਾ ਪੁੱਤਰ ਹੈ ਤੇ ਇਹਦਾ ਵੱਡਾ ਭਰਾ ਜਿਹੜਾ ਉਹਦਾ ਨਾਮ ਇਤਿਹਾਸ ਨੇ ਦੇਵਲ ਕਰਕੇ ਲਿਖਿਆ। ਦੇਵਲ ਰਿਸ਼ੀ ਦਾ ਛੋਟਾ ਭਰਾ ਧੂਮ ਤੇ ਧੂਮ ਦਾ ਇਹ ਪੁੱਤਰ ਹੈ। ਇਹ ਵੀ ਰੱਬ ਦੀ ਸ਼ੋਭਾ ਗਾਉਣ ਵਾਲੇ, ਰੱਬ ਦੀ ਵਡਿਆਈ ਗਾਉਣ ਵਾਲੇ, ਜਿਨ੍ਹਾਂ ਨੇ ਰੱਬ ਦੇ ਨਾਲ ਪ੍ਰੇਮ ਆਪਣਾ ਪਾਇਆ। ਕਿਉਂਕਿ ਇੱਥੇ ਜ਼ਿਕਰ ਉਹਨਾਂ ਦਾ ਕੀਤਾ ਜਿਨ੍ਹਾਂ ਨੇ ਰੱਬ ਨਾਲ ਪ੍ਰੇਮ ਪਾਇਆ, ਰੱਬ ਨਾਲ ਪਿਆਰ ਪਾਇਆ। ਤੇ ਰੱਬ ਨਾਲ ਪਿਆਰ ਪਾਉਣ ਵਾਲਿਆਂ ਨੇ ਗਾਉਂਦਿਆਂ ਹੋਇਆਂ ਜਦੋਂ ਅਕਾਲ ਪੁਰਖ ਦੀ ਸ਼ੋਭਾ ਕੀਤੀ ਤੇ ਭੱਟ ਜੀ ਕਹਿੰਦੇ, ਰੱਬ ਜੀ ਜਿੱਥੇ ਉਹ ਤੁਹਾਡੀ ਸ਼ੋਭਾ ਗਾਇਨ ਕਰ ਰਹੇ ਉੱਥੇ ਸਾਨੂੰ ਇਹ ਮਹਿਸੂਸ ਹੋ ਰਿਹਾ ਵੀ ਉਹ ਗੁਰੂ ਨਾਨਕ ਸਾਹਿਬ ਨੂੰ ਗਾ ਰਹੇ ਨੇ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਜਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਪ੍ਰਤੀ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਇਹਨਾਂ ਗੁਰੂ ਅਰਜਨ ਸਾਹਿਬ ਦੀ ਸ਼ਖਸੀਅਤ ਤੋਂ ਇੰਨਾ ਕੁ ਪ੍ਰਭਾਵ ਕਬੂਲਿਆ, ਉਹਨਾਂ ਦੀ ਪ੍ਰਤੀ ਵਡਿਆਈ ਕਰਕੇ ਫਿਰ ਗੁਰੂ ਰਾਮਦਾਸ, ਗੁਰੂ ਅਮਰਦਾਸ ਜਦੋਂ ਸਾਰੇ ਗੁਰੂ ਸਾਹਿਬਾਨਾਂ ਦੀ ਜੀਵਨ ਜੁਗਤੀ ਵੇਖੀ ਨਾ, ਫਿਰ ਇਹਨਾਂ ਨੂੰ ਕਹਿਣਾ ਪਿਆ ਸੀ ਜੋਤ ਉਹ ਜੁਗਤ ਸਾਏ। ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਪ੍ਰਤੀ ਇਹਨਾਂ ਲਫ਼ਜ਼ ਵਰਤੇ ਸੀ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤੇ ਜੇ ਗੁਰੂ ਅਮਰਦਾਸ ਪਾਤਸ਼ਾਹ ਲਈ ਲਫ਼ਜ਼ ਵਰਤ ਰਹੇ ਨੇ, ਸਿਰਫ ਸਰੀਰਕ ਚੋਲਾ ਹੀ ਬਦਲਿਆ ਨਾ, ਇਹੀ ਕਹਿੰਦੇ ਨੇ ਕਿ ਇੱਕੋ ਜੋਤ ਹੈ, ਇੱਕੋ ਜੋਤ ਗੁਰੂ ਨਾਨਕ ਸਾਹਿਬ ਤੋਂ ਚੱਲੀ ਆਉਂਦੀ ਗੁਰੂ ਅਰਜਨ ਸਾਹਿਬ ਤੱਕ ਆਈ ਹੈ। ਤੇ ਉਹੀ ਬਚਨ ਫਿਰ ਗੁਰੂ ਨਾਨਕ ਸਾਹਿਬ ਲਈ ਵੀ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤੇ ਇਹੀ ਭੱਟ ਸਾਹਿਬਾਨ ਜਦੋਂ ਰੱਬ ਨੂੰ ਗਾਉਣ ਵਾਲਿਆਂ ਨੂੰ ਵੇਖਦੇ ਨੇ ਤੇ ਰੱਬ ਨੂੰ ਗਾਉਣ ਵਾਲਿਆਂ ਨੂੰ ਵੇਖਦਿਆਂ ਇਹ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਸਾਨੂੰ ਤੇ ਇੰਜ ਮਹਿਸੂਸ ਹੁੰਦਾ ਹੈ ਵੀ ਜਿੱਥੇ ਇਹ ਰੱਬ ਦੀ ਵਡਿਆਈ ਕਰ ਰਹੇ, ਰੱਬ ਦੀ ਸ਼ੋਭਾ ਗਾ ਰਹੇ ਨੇ, ਸਾਨੂੰ ਇੰਜ ਲੱਗਦਾ ਜਿਵੇਂ ਇਹ ਆਪ ਜੀ ਦੀ ਸ਼ੋਭਾ ਗਾਇਨ ਕਰ ਰਹੇ ਹੋਣ। ਚਾਹੇ ਉਹ ਸਨਕ ਸਨੰਦ ਵਰਗੇ, ਚਾਹੇ ਰਾਜਾ ਜਨਕ ਵਰਗੇ, ਤੇ ਭਾਵੇਂ ਹੁਣ ਧੂਮ ਰਿਸ਼ੀ ਦੀ ਗੱਲ ਕਿਉਂ ਨਾ ਕਰ ਲਈਏ, ਮਾਲਕ ਪਾਤਸ਼ਾਹ ਇਹ ਧੂਮ ਰਿਸ਼ੀ ਵੀ ਤੁਹਾਡੀ ਸ਼ੋਭਾ ਗਾਇਨ ਕਰ ਰਿਹਾ। ਅਟਲ ਮੰਡਲ ਵੈ, ਜਿਨੇ ਅਟਲ ਮੰਡਲ ਹਾਸਲ ਕੀਤਾ ਆਪਣੇ ਜੀਵਨ ਦੇ ਅੰਦਰ, ਉਹ ਅਵਸਥਾ ਹਾਸਲ ਕੀਤੀ ਜਿਹਨੂੰ ਅਟਲ ਅਵਸਥਾ, ਸਹਿਜ ਅਵਸਥਾ, ਅਡੋਲ ਅਵਸਥਾ ਦਾ ਨਾਮ ਜਿਹੜਾ ਉਹ ਦਿੱਤਾ ਜਾਂਦਾ। ਭਗਤ ਭਾਏ ਰਸ ਜਾਣਿਓ। ਜਦੋਂ ਪ੍ਰੋਫੈਸਰ ਸਾਹਿਬ ਸਿੰਘ ਨੂੰ ਪੜ੍ਹੋਗੇ ਤੁਸੀਂ, ਜਦੋਂ ਉਹਨਾਂ ਇਸ ਪੰਕਤੀ ਦੇ ਅਰਥ ਕੀਤੇ ਨਾ, ਤੇ ਉਹਨਾਂ ਅਟਲ ਮੰਡਲਵੈ ਦਾ ਜਦੋਂ ਜ਼ਿਕਰ ਕੀਤਾ ਤੇ ਅਟਲ ਮੰਡਲਵੈ ਦਾ ਅਰਥ ਕਰਦਿਆਂ ਉਹਨਾਂ ਭਗਤ ਧਰੂ ਜੀ ਦਾ ਜ਼ਿਕਰ ਕੀਤਾ, ਕਿਉਂਕਿ ਅਟਲ ਮੰਡਲ ਉਹਨਾਂ ਵੀ ਹਾਸਲ ਕੀਤਾ। ਰਾਜਾ ਧੂਮ, ਰਿਖੀ ਧੂਮ, ਉਹ ਕਿਹਨੂੰ ਗਾ ਰਿਹਾ? ਗੁਰੂ ਨਾਨਕ ਸਾਹਿਬ ਨੂੰ। ਤੇ ਭਗਤ ਧਰੂ ਜੀ ਦਾ ਜਦੋਂ ਜ਼ਿਕਰ ਕੀਤਾ, ਹੁਣ ਭਗਤ ਧਰੂ ਜੀ ਨੇ ਜਦੋਂ ਗਾਇਆ, ਅਕਾਲ ਪੁਰਖ ਨੂੰ ਗਾਇਨ ਕੀਤਾ, ਉਹਨਾਂ ਵੀ ਬਾਬੇ ਕਹਿ ਲੋ ਵੀ ਪਰਮੇਸ਼ਵਰ ਦੀ, ਪਰਮਾਤਮਾ ਦੀ ਸ਼ੋਭਾ ਉਹਨਾਂ ਨੇ ਗਾਈ। ਤੇ ਇਹਨਾਂ ਦਾ ਜਦੋਂ ਜੀਵਨ ਵੇਖਦੇ ਆ ਨਾ ਭਗਤ ਧਰੂ ਜੀ ਦਾ, ਹੈਰਾਨੀ ਦੀ ਗੱਲ ਹੈ, ਅਸੀਂ ਕਿਤੇ ਕੋਈ ਕਾਰਜ ਰੱਬ ਕੋਲੋਂ ਲੈਣਾ ਹੋਵੇ ਨਾ, ਕੋਈ ਕੰਮ ਕਰਨਾ ਹੋਵੇ, ਤੇ ਅਸੀਂ ਰੱਬ ਨੂੰ ਪਤਾ ਕੀ ਕਹਿੰਦੇ ਆ, ਰੱਬਾ ਮੇਰਾ ਆਹ ਕਾਰਜ ਸਵਰ ਜਾਏ ਤੇ ਮੈਂ ਇੰਨੇ ਦਿਨ ਆਹ ਕਰਮ ਜਿਹੜਾ ਉਹ ਕਰਾਂਗਾ। ਜਿਹਨੂੰ ਇੱਕ ਉਦਾਹਰਨ ਵਜੋਂ ਕਹਿ ਲਾਂ, ਮੈਂ ਸਿਰਫ ਉਦਾਹਰਨ ਸਮਝਣ ਲਈ, ਗੁਰਮਤਿ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਜੀ, ਖਿਆਲ ਰੱਖਿਓ ਵੀ ਮੈਂ ਜੇ ਕਿਤੇ ਮੇਰਾ ਆਹ ਕਾਰਜ ਬਣ ਜਾਏ, ਮੈਂ ਲਗਾਤਾਰ 40 ਦਿਨ ਸਤਿਗੁਰੂ ਪਾਤਸ਼ਾਹ ਗੁਰਬਾਣੀ ਪੜਾਂਗਾ। ਕਾਰਜ ਸਵਰ ਗਿਆ, ਬਣ ਗਿਆ, ਤੇ ਅਸੀਂ ਕੀ ਕੀਤਾ? 40 ਦਿਨ ਪੂਰੇ ਕਰ ਲਏ। 40 ਦਿਨਾਂ ਬਾਅਦ 41ਵਾਂ ਦਿਨ ਵੀ ਅਸੀਂ ਨਹੀਂ ਕਰ ਸਕੇ ਵੀ ਸ਼ਾਇਦ ਗੁਰਬਾਣੀ ਪੜ੍ਹ ਲੈਂਦੇ। 40 ਦਿਨਾਂ ਬਾਅਦ ਅਸੀਂ ਹੱਥ ਜੋੜਤੇ ਵੀ ਬਸ ਆ 40 ਦਿਨ ਪੂਰੇ ਹੋ ਗਏ। ਤੇ ਜਿੱਦਣ ਭਗਤ ਧਰੂ ਜੀ ਤੁਰੇ ਸੀ ਨਾ, ਤੇ ਉਹ ਵੀ ਰਾਜ ਭਾਗ ਲੈਣ ਲਈ ਤੁਰੇ ਸੀ ਵੀ ਮੈਨੂੰ ਰਾਜ ਚਾਹੀਦਾ। ਜਿਸ ਰਾਜ ਗੱਦੀ ਤੇ ਪਿਤਾ ਬੈਠਾ, ਉਹ ਪਿਤਾ ਦੀ ਰਾਣੀ ਨੇ ਪਿਤਾ ਦੀ ਗੋਦੀ ਚੋਂ ਉਠਾਤਾ ਵੀ ਤੂੰ ਮੇਰਾ ਪੁੱਤਰ ਨਹੀਂ ਹੈ, ਤੂੰ ਮੇਰੀ ਕੁੱਖ ਤੋਂ ਜਨਮ ਨਹੀਂ ਲਿਆ ਤੇ ਤੂੰ ਬਹਿ ਨਹੀਂ ਸਕਦਾ ਇਹਦੀ ਗੋਦੀ 'ਚ। ਮਾਂ ਨੇ ਬੜੀ ਚੰਗੀ ਸਿੱਖਿਆ ਦਿੱਤੀ ਵੀ ਪੁੱਤਰਾ ਰੱਬ ਨੂੰ ਆਰਾਧੋ, ਸਾਰਿਆਂ ਨੂੰ ਹੀ ਰਾਜ ਭਾਗ ਦੇਣ ਵਾਲਾ।
ਤੇ ਭਗਤ ਧਰੂ ਜੀ ਨੇ ਜਿੱਦਣ ਸ਼ੁਰੂਆਤ ਕੀਤੀ ਰੱਬ ਨੂੰ ਆਰਾਧਨ ਦੀ, ਉਦਣ ਇਸ ਲਾਲਚ ਨੂੰ ਲੈ ਕੇ ਕੀਤੀ ਸੀ ਵੀ ਮੈਂ ਵੀ ਰਾਜ ਭਾਗ ਲੈਣਾ ਹੈ। ਰੱਬ ਨੂੰ ਗਾਉਣ ਲੱਗ ਪਏ। ਰੱਬ ਨੂੰ ਗਾਉਂਦਿਆਂ ਗਾਉਂਦਿਆਂ ਐਸਾ ਸਬੱਬ ਤੇ ਐਸਾ ਸਮਾਂ ਬਣਿਆ, ਰਾਜ ਭਾਗ ਮਿਲ ਗਿਆ, ਭਗਤ ਧਰੂ ਜੀ ਰਾਜਾ ਬਣ ਗਏ। ਪਰ ਹੈਰਾਨੀ ਦੀ ਗੱਲ ਹੈ, ਉਹ ਸਾਡੇ ਵਰਗੇ ਨਹੀਂ ਬਣੇ। ਜਿੱਦਾਂ ਦੇ ਹਾਲਾਤ ਸਾਡੇ ਬਣ ਜਾਂਦੇ ਨਾ, ਵੀ ਆਹ ਕੰਮ ਹੋ ਜਾਏ, ਇੰਨੇ ਕੁ ਦਿਨ ਅਸੀਂ ਆਹ ਕਾਰਜ ਕਰਾਂਗੇ, ਉਦੋਂ ਬਾਅਦ ਚ ਅਸੀਂ ਹੱਥ ਜੋੜ ਦਈਦਾ। ਹੁਣ ਜੇ ਤੇ ਆਪਾਂ ਭਗਤ ਧਰੂ ਜੀ ਦੀ ਗੱਲ ਕਰਾਂਗੇ, ਉਹਨਾਂ ਰੱਬ ਆਰਾਧਨਾ ਸ਼ੁਰੂ ਕੀਤਾ ਸੀ ਵੀ ਮੈਨੂੰ ਰਾਜ ਭਾਗ ਮਿਲ ਜਾਏ। ਵੈਸੇ ਤੇ ਜੇ ਆਪਾਂ ਆਪਣੇ ਵਰਗਿਆਂ ਦੀ ਗੱਲ ਕਰਾਂਗੇ ਤੇ ਫਿਰ ਤੇ ਭਗਤ ਧਰੂ ਜੀ ਦਾ ਕਾਰਜ ਬਣ ਗਿਆ ਸੀ। ਜੇ ਉਹ ਸਾਡੇ ਵਰਗੇ ਹੁੰਦੇ ਤੇ ਸ਼ਾਇਦ ਉਹ ਵੀ ਕਹਿੰਦੇ ਵੀ ਰੱਬਾ ਰਾਜ ਭਾਗ ਮਿਲ ਗਿਆ, ਮੈਂ ਤੈਨੂੰ ਕਿਹਾ ਸੀ ਜਿੰਨਾ ਚਿਰ ਰਾਜ ਭਾਗ ਨਹੀਂ ਮਿਲਦਾ ਉਹਨਾਂ ਚਿਰ ਆਰਾਧਾਂਗਾ, ਉਦੋਂ ਬਾਅਦ ਚ ਹੱਥ ਜੋੜ ਦਾਂਗਾ। ਪਰ ਭਗਤ ਧਰੂ ਜੀ ਨੇ ਰੱਬ ਨੂੰ ਆਰਾਧਿਆ, ਰਾਜ ਭਾਗ ਮਿਲਿਆ। ਰਾਜ ਭਾਗ ਮਿਲਣ ਤੋਂ ਬਾਅਦ ਚ ਮਨ ਅੰਦਰ ਇੱਕ ਵਿਚਾਰ ਉੱਠਦੀ ਹੈ, ਜਿਹਨੇ ਰਾਜ ਭਾਗ ਦਿੱਤਾ ਹੁਣ ਉਹਨੂੰ ਵੇਖਣਾ ਵੀ ਹੈ, ਉਹਦੇ ਦਰਸ਼ਨ ਵੀ ਕਰਨੇ ਨੇ। ਤੇ ਫਿਰ ਸਾਰਾ ਜੀਵਨ ਇਸ ਢੰਗ ਨਾਲ ਬਤੀਤ ਕੀਤਾ ਕਿ ਅਕਾਲ ਪੁਰਖ ਦੀ ਸ਼ੋਭਾ ਵੀ ਗਾਉਂਦੇ ਰਹੇ, ਰਾਜ ਵੀ ਕਰਦੇ ਰਹੇ, ਰਾਜ ਗੱਦੀ ਤੇ ਵੀ ਸੁਭਾਏਮਾਨ ਹੋਏ, ਪਰ ਪਰਮੇਸ਼ਵਰ ਨਾਲੋਂ ਆਪਣੀ ਕਦੇ ਸੁਰਤ ਜਿਹੜੀ ਉਹਨੂੰ ਟੁੱਟਣ ਨਹੀਂ ਸੀ ਦਿੱਤਾ। ਤੇ ਭੱਟ ਕੱਲ ਜੀ ਕਹਿੰਦੇ, ਗੁਰੂ ਨਾਨਕ ਪਾਤਸ਼ਾਹ ਜੀ, ਜਦੋਂ ਅਸੀਂ ਭਗਤ ਧਰੂ ਜੀ ਨੂੰ ਗਾਉਂਦਿਆਂ ਵੇਖਿਆ, ਰੱਬ ਦੀ ਸ਼ੋਭਾ ਕਰਦਿਆਂ ਵੇਖਿਆ, ਤੇ ਸਾਨੂੰ ਇੰਜ ਲੱਗਾ ਵੀ ਜਿਵੇਂ ਉਹਨਾਂ ਨੇ ਵੀ ਤੁਹਾਡੀ ਹੀ ਵਡਿਆਈ ਕੀਤੀ, ਉਹਨਾਂ ਨੇ ਵੀ ਜਦੋਂ ਗਾਵਿਆ ਉਹਨਾਂ ਤੁਹਾਨੂੰ ਹੀ ਗਾਇਆ। ਜਿਨ੍ਹਾਂ ਨੇ ਭਗਤੀ ਦੇ ਪ੍ਰੇਮ ਵਿੱਚ ਭਗਤੀ ਦਾ ਰਸ ਮਾਣਦਿਆਂ ਹੋਇਆਂ, ਜਿਨ੍ਹਾਂ ਨੇ ਭਗਤੀ ਦੇ ਰਸ ਨੂੰ ਜਾਣਿਆ, ਗੁਰੂ ਨਾਨਕ ਸਾਹਿਬ ਜੀ, ਰਿਸ਼ੀ ਧੋਮ ਵਰਗੇ ਤੇ ਭਗਤ ਧਰੂ ਜੀ ਵਰਗਿਆਂ ਨੇ ਵੀ ਤੁਹਾਨੂੰ ਹੀ ਗਾਵਿਆ ਹੈ, ਉਹਨਾਂ ਵੀ ਤੁਹਾਡੀ ਸ਼ੋਭਾ ਹੀ ਕੀਤੀ ਹੈ। ਫਿਰ ਕਹਿੰਦੇ ਕਬ ਕੱਲ ਸੁਜਸ ਗਾਵੋਂ ਗੁਰੂ ਨਾਨਕ। ਸਤਿਗੁਰੂ ਜੀ ਇਹਨਾਂ ਵਰਗੇ ਤੁਹਾਡੀ ਸ਼ੋਭਾ ਗਾ ਰਹੇ ਨੇ, ਰਾਜਾ ਜਨਕ ਵਰਗਾ ਤੁਹਾਡੀ ਸ਼ੋਭਾ ਗਾ ਰਿਹਾ, ਧੋਮ ਰਿਖੀ ਵਰਗਾ ਤੁਹਾਡੀ ਸ਼ੋਭਾ ਗਾ ਰਿਹਾ, ਬ੍ਰਹਮਾ ਜੀ ਦੇ ਪੁੱਤਰ ਤੁਹਾਡੀ ਸ਼ੋਭਾ ਗਾ ਰਹੇ ਨੇ। ਸਤਿਗੁਰੂ ਜੀ ਵੱਡੇ ਵੱਡੇ ਸਿੱਧ ਜੋਗੀ ਪੁੱਗੇ ਹੋਏ, ਜੋਗ ਧਾਰਨ ਕੀਤੇ ਹੋਏ ਜਿਹੜੇ ਜੋਗੀ ਨੇ, ਉਹ ਵੀ ਤੁਹਾਡੀ ਸ਼ੋਭਾ ਗਾ ਰਹੇ। ਭਗਤ ਧਰੂ ਜੀ ਵਰਗੇ ਤੁਹਾਡੀ ਸ਼ੋਭਾ ਗਾ ਰਹੇ। ਕਬ ਕੱਲ ਸੁਜਸ ਗਾਵੋਂ ਗੁਰੂ ਨਾਨਕ। ਤੇ ਆ ਕਵੀ ਕੱਲ ਜਿਹੜਾ ਹੈ ਨਾ, ਮੈਂ ਵੀ ਗੁਰੂ ਨਾਨਕ ਸਾਹਿਬ ਤੁਹਾਡਾ ਸੁਜਸ, ਤੁਹਾਡੀ ਵਡਿਆਈ ਗਾਉਣਾ। ਰਾਜ ਜੋਗ ਜਿਨ ਮਾਣਿਓ, ਜਿਨ੍ਹਾਂ ਨੇ ਰਾਜ ਵੀ ਮਾਣਿਆ ਤੇ ਜੋਗ ਵੀ ਮਾਣਿਆ। ਸੰਸਾਰ ਤੇ ਜਦੋਂ ਝਾਤ ਮਾਰੋਗੇ ਨਾ, ਬਾਬੇ ਨਾਨਕ ਤੋਂ ਪਹਿਲਾਂ 1469 ਤੋਂ ਪਹਿਲਾਂ ਬੜੇ ਔਲੀਏ ਤੇ ਬੜੇ ਅਵਤਾਰ ਹੋਏ। ਚਾਹੇ ਮਿਥਿਹਾਸ ਦੇ ਪੰਨੇ ਫਰੋਲ ਲਓ ਤੇ ਭਾਵੇਂ ਇਤਿਹਾਸ ਦੇ ਫਰੋਲ ਲਓ। ਬਾਬੇ ਨਾਨਕ ਤੋਂ ਪਹਿਲਾਂ ਜਦੋਂ ਗੁਰੂ ਨਾਨਕ ਸਾਹਿਬ ਸਰੀਰ ਕਰਕੇ ਸੰਸਾਰ ਤੇ ਆਏ, 1469 ਤੋਂ ਪਹਿਲਾਂ ਬੜੇ ਪੀਰ ਪੈਗੰਬਰ ਔਲੀਏ ਅਵਤਾਰ ਦੁਨੀਆ ਤੇ ਆਏ। ਉਹਨਾਂ ਔਲੀਆਂ ਅਵਤਾਰਾਂ ਦੇ ਵਿੱਚ ਖਿਆਲ ਕਰਿਓ, ਜਾਂ ਤੇ ਉਹਨਾਂ ਰਾਜ ਕੀਤਾ ਤੇ ਜਾਂ ਉਹਨਾਂ ਕੇਵਲ ਜੋਗ ਕਮਾਇਆ। ਵੀ ਜਾਂ ਤੇ ਸੰਸਾਰ ਤੋਂ ਪਾਸੇ ਹੀ ਹੋ ਗਏ ਹੋ, ਵੀ ਛੱਡਤਾ ਸਾਰਾ ਕੁਛ ਹੀ, ਵੀ ਨਹੀਂ, ਤੇ ਜਾਂ ਫਿਰ ਉਹ ਸੰਸਾਰ ਵਿੱਚ ਹੀ ਖਚਤ ਹੋ ਕੇ ਰਹਿ ਗਏ। ਰਾਜ ਔਰ ਜੋਗ ਜੇ ਮਾਣਿਆ ਤੇ ਉਹ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਨੇ ਮਾਣਿਆ, ਜਿਨ੍ਹਾਂ ਰਾਜ ਵੀ ਮਾਣਿਆ ਤੇ ਜੋਗ ਵੀ ਮਾਣਿਆ। ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਪ੍ਰਚਾਰਕ ਫੇਰੀਆਂ ਤੋਂ ਪਹਿਲਾਂ ਆਪਣਾ ਜੀਵਨ ਘਰ ਦੇ ਵਿੱਚ ਰਹਿੰਦਿਆਂ ਗੁਜ਼ਾਰਦੇ, ਤੇ ਉਦੋਂ ਆਪਣੀਆਂ ਸਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਈਆਂ। ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਕਾਰਜ ਵੀ ਗੁਰੂ ਨਾਨਕ ਸਾਹਿਬ ਕਰਦੇ ਰਹੇ। ਫਿਰ ਬਾਬੇ ਨਾਨਕ ਨੇ ਪ੍ਰਚਾਰਕ ਫੇਰੀਆਂ ਆਰੰਭੀਆਂ। ਪ੍ਰਚਾਰਕ ਫੇਰੀਆਂ ਤੋਂ ਵਾਪਸ ਆ ਕੇ ਫਿਰ ਗੁਰੂ ਨਾਨਕ ਸਾਹਿਬ ਉਸੇ ਤਰ੍ਹਾਂ ਜਦੋਂ ਪ੍ਰਚਾਰਕ ਫੇਰੀਆਂ ਦੀ ਸਮਾਪਤੀ ਕੀਤੀ, ਬਾਬੇ ਨੇ ਆ ਕੇ ਫਿਰ ਆਪਣੀ ਜ਼ਮੀਨ ਜਾਇਦਾਦ ਉਹਨੂੰ ਸੰਭਾਲਿਆ। ਆਪਣੀ ਜ਼ਮੀਨ ਨੂੰ, ਜਾਇਦਾਦ ਨੂੰ ਸੰਭਾਲਦਿਆਂ ਬਾਬੇ ਨਾਨਕ ਨੇ ਕਿਰਤ ਕੀਤੀ। ਖੁਦ ਗੁਰੂ ਨਾਨਕ ਸਾਹਿਬ ਕਿਰਸਾਨ ਬਣ ਕੇ ਕਿਰਤ ਕਰਦੇ, ਤੇ ਕੀ ਰਾਜ ਮਾਨਣਾ ਹੀ ਹੈ? ਬਾਬੇ ਨਾਨਕ ਨੇ ਰਾਜ ਮਾਣਿਆ। ਜਿੱਥੇ ਰਾਜ ਮਾਣਦੇ ਨੇ ਉੱਥੇ ਗੁਰੂ ਨਾਨਕ ਸਾਹਿਬ ਨੇ ਰਾਜ ਮਾਣਦਿਆਂ ਹੋਇਆਂ ਜੋਗ ਵੀ ਕਮਾਇਆ। ਜੋਗ ਭਾਵ ਇਹ ਸੀ, ਗ੍ਰਸਥ ਵਿੱਚ ਵੀ ਰਹੇ ਪਰ ਗਲਤਾਨ ਨਹੀਂ ਹੋਏ। ਗ੍ਰਸਥ ਵਿੱਚ ਰਹਿੰਦਿਆਂ ਹੋਇਆਂ
ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਈਆਂ, ਪਤੀ ਹੋਣ ਦੀ ਜ਼ਿੰਮੇਵਾਰੀ ਵੀ ਨਿਭਾਈ, ਪੁੱਤਰ ਹੋਣ ਦੀ ਜ਼ਿੰਮੇਵਾਰੀ ਨੂੰ ਵੀ ਨਿਭਾਇਆ, ਪਿਤਾ ਹੋਣ ਦੀ ਜ਼ਿੰਮੇਵਾਰੀ ਵੀ ਗੁਰੂ ਨਾਨਕ ਸਾਹਿਬ ਨਿਭਾਉਂਦੇ ਨੇ, ਤੇ ਇੱਕ ਭਰਾ ਹੋਣ ਦੀ ਜ਼ਿੰਮੇਵਾਰੀ ਵੀ ਬਾਬੇ ਨਾਨਕ ਨੇ ਬਖੂਬੀ ਨਿਭਾਈ ਹੈ। ਇਹਨਾਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਕਦੇ ਮਾਂ ਨੂੰ ਜਾਂ ਕਦੇ ਪਿਤਾ ਨੂੰ ਇਹ ਅਹਿਸਾਸ ਨਹੀਂ ਸੀ ਹੋਣ ਦਿੱਤਾ ਵੀ ਤੁਹਾਡਾ ਪੁੱਤਰ ਜਿਹੜਾ ਉਹ ਕਿਸੇ ਪ੍ਰਕਾਰ ਜੋਗ ਜਿਹੜਾ ਉਹਨੇ ਧਾਰਨ ਕੀਤਾ, ਜਾਂ ਭੈਣ ਨੂੰ ਕਦੇ ਮਹਿਸੂਸ ਨਹੀਂ ਸੀ ਹੋਣ ਦਿੱਤਾ, ਜਾਂ ਪਤਨੀ ਨੂੰ ਕਦੇ ਮਹਿਸੂਸ ਨਹੀਂ ਸੀ ਹੋਣ ਦਿੱਤਾ, ਕਿਉਂਕਿ ਬਾਬੇ ਨਾਨਕ ਨੇ ਸਮੇਂ-ਸਮੇਂ ਉੱਤੇ ਆਪਣੀ ਹਰ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ। ਚਾਹੇ ਪਿਤਾ ਦੀ ਕਹਿ ਲਓ, ਚਾਹੇ ਪੁੱਤਰ ਦੀ ਕਹਿ ਲਓ, ਭਰਾ ਦੀ ਕਹਿ ਲਓ, ਤੇ ਭਾਵੇਂ ਪਤੀ ਦੀ ਕਹਿ ਲਓ, ਗੁਰੂ ਨਾਨਕ ਸਾਹਿਬ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਆ, ਗ੍ਰਸਥ ਵਿੱਚ ਰਹਿੰਦੇ ਆ। ਬਸ ਕਦੇ ਗ੍ਰਸਥ ਅੰਦਰ ਗਲਤਾਨ ਨਹੀਂ ਸੀ ਹੋਏ ਕਿ ਗ੍ਰਸਥ ਵਿੱਚ ਗਲਤਾਨ ਹੋ ਕੇ ਗੁਰੂ ਨਾਨਕ ਸਾਹਿਬ ਰੱਬ ਦੀ ਸ਼ੋਭਾ, ਰੱਬ ਦੀ ਵਡਿਆਈ ਜਿਹੜੀ ਉਹਨੂੰ ਛੱਡ ਦੇਣ। ਬਾਬੇ ਨਾਨਕ ਨੇ ਸੰਸਾਰਕ ਜ਼ਿੰਮੇਵਾਰੀਆਂ ਵੀ ਨਿਭਾਈਆਂ, ਸਮਾਜ ਨੂੰ ਸਿੱਧੇ ਰਸਤੇ ਤੇ ਪਾਉਣ ਵਾਲਾ ਜਿਹੜਾ ਕਾਰਜ ਜ਼ਿੰਮੇਵਾਰੀ ਸੀ ਉਸ ਜ਼ਿੰਮੇਵਾਰੀ ਨੂੰ ਵੀ ਨਿਭਾਇਆ। ਤੇ ਭੱਟ ਕਲ ਜੀ ਕਹਿੰਦੇ ਰੱਬ ਜੀ, ਗੁਰੂ ਨਾਨਕ ਸਾਹਿਬ ਜੀ, ਕਬ ਕਲ ਸੁਜਸ ਗਾਵੋਂ ਗੁਰੂ ਨਾਨਕ, ਮੈਂ ਵੀ ਤੁਹਾਡਾ ਜਸ, ਚੰਗਾ ਜਸ, ਸੁਜਸ ਦਾ ਮਤਲਬ ਚੰਗਾ ਜਸ, ਵਡਿਆਈ, ਚੰਗੀ ਵਡਿਆਈ ਤੁਹਾਡੀ ਗਾਇਨ ਕਰਦਾ, ਕਿਉਂਕਿ ਤੁਸੀਂ ਰਾਜ ਔਰ ਜੋਗ ਦੋਵਾਂ ਨੂੰ ਹੀ ਮਾਣਿਆ ਹੈ। ਗਾਵਹਿ ਕਪਲਾਦ ਆਦ ਜੋਗੇਸ਼ਵਰ, ਅਪਰੰਪਰ ਅਵਤਾਰ ਵਰੋ। ਗਾਵੇ ਜਮ ਦਗਨ ਪਰਸਰਾਮੇਸ਼ਵਰ, ਕਰ ਕੁਠਾਰ ਰਗ ਤੇਜ ਹਰਿਓ। ਫਿਰ ਜਿਹੜਾ ਅੱਗੇ ਚੌਥੇ ਨੰਬਰ ਉੱਤੇ ਉਹਨਾਂ ਸਵਈਆ ਉਚਾਰਨ ਕੀਤਾ, ਉਹਦੇ ਵਿੱਚ ਕਹਿੰਦੇ ਗਾਵੇਂ ਕਪਲਾਦ। ਕਪਲ ਇੱਕ ਰਿਸ਼ੀ ਹੋਇਆ ਹੈ, ਇਹਨੇ ਵੀ ਅਕਾਲ ਪੁਰਖ ਦੀ ਸ਼ੋਭਾ ਨੂੰ ਗਾਇਆ। ਤੇ ਭੱਟ ਕਲ ਜੀ ਫੇਰ ਕਹਿੰਦੇ ਸਤਿਗੁਰੂ ਨਾਨਕ ਸਾਹਿਬ ਜੀ, ਮੈਨੂੰ ਤਾਂ ਲੱਗਦਾ ਕਪਲ ਰਿਸ਼ੀ ਬੈਠਾ ਤੁਹਾਨੂੰ ਹੀ ਗਾ ਰਿਹਾ, ਉਹਨੇ ਵੀ ਤੁਹਾਡੀ ਸ਼ੋਭਾ ਕੀਤੀ, ਤੁਹਾਨੂੰ ਗਾਇਨ ਕੀਤਾ ਉਹਨੇ। ਆਦ ਜੋਗੇਸ਼ਰ, ਕਪਲ ਵਰਗੇ ਪਤਾ ਹੀ ਨਹੀਂ ਕਿੰਨੇ ਕ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੁਹਾਨੂੰ ਗਾਇਆ। ਜੋਗੇਸ਼ਰ ਵੱਡੇ ਵੱਡੇ, ਫਿਰ ਜੋਗੀ, ਪੁੱਗੇ ਹੋਏ ਜੋਗੀ ਜਿਹੜੇ। ਅਪਰੰਪਰ, ਬੇਅੰਤ ਹਰੀ ਦੇ ਜਿਹੜੇ ਸ੍ਰੇਸ਼ਟ ਅਵਤਾਰ ਨੇ, ਹਰੀ ਪ੍ਰਮਾਤਮਾ ਨੇ ਜਿਹੜੇ ਆਪਣੇ ਅਵਤਾਰ ਸੰਸਾਰ ਤੇ ਘੱਲੇ, ਸੰਸਾਰ ਤੇ ਭੇਜੇ, ਉਹ ਸਾਰੇ ਅਪਰੰਪਰ ਅਵਤਾਰ ਵਰੋ ਜਿਹੜੇ ਅਵਤਾਰ ਉਹ ਮਾਲਕ ਧਰਤੀ ਤੇ ਭੇਜਦੇ ਰਹੇ, ਉਹਨਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ, ਕਿਸੇ ਨਾ ਕਿਸੇ ਢੰਗ ਦੇ ਨਾਲ ਸਮਾਜ ਤੋਂ, ਸੰਸਾਰ ਤੋਂ ਪਾਪ ਨੂੰ ਖਤਮ ਕਰਨ ਦੇ ਲਈ ਕਿਸੇ ਨਾ ਕਿਸੇ ਤਰੀਕੇ ਨਾਲ, ਕਿਸੇ ਨਾ ਕਿਸੇ ਢੰਗ ਨਾਲ ਅਵਤਾਰਾਂ ਨੂੰ ਘੱਲਿਆ, ਅਵਤਾਰਾਂ ਨੂੰ ਭੇਜਿਆ। ਗੁਰੂ ਨਾਨਕ ਸਾਹਿਬ ਜੀ ਉਹਨਾਂ ਵੀ ਜਦੋਂ ਆ ਕੇ ਸਮਾਜ ਉੱਤੇ ਗਾਵਿਆ ਤੇ ਇੰਜ ਲੱਗਾ ਜਿਵੇਂ ਉਹਨਾਂ ਵੀ ਤੁਹਾਨੂੰ ਹੀ ਗਾਇਆ, ਉਹ ਵੀ ਬੈਠ ਕੇ ਤੁਹਾਡੀ ਵਡਿਆਈ ਕਰਦੇ, ਤੁਹਾਡੀ ਸ਼ੋਭਾ ਨੂੰ ਗਾਉਂਦੇ ਨੇ। ਕਪਲ ਵਰਗੇ ਜੋਗੇਸ਼ਰ ਅਵਤਾਰ ਅਪਰੰਪਰ ਜਿਹੜੇ ਹਰੀ ਪ੍ਰਮਾਤਮਾ ਦੇ ਅਵਤਾਰ ਨੇ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੇ ਵੀ ਤੁਹਾਨੂੰ ਹੀ ਗਾਵਿਆ। ਗਾਵੇਂ ਜਮ ਦਗਨ, ਜਮ ਦਗਨ ਪਰਸਰਾਮੇਸ਼ਰ। ਹੁਣ ਇਹ ਦੋਵੇਂ ਪਿਓ ਪੁੱਤ ਨੇ, ਜਮ ਦਗਨ ਪਿਤਾ ਤੇ ਪਰਸਰਾਮੇਸ਼ਰ ਜਿਹੜਾ ਅਸਲ 'ਚ ਇਹਦਾ ਨਾਮ ਹੈ ਪਰਸਰਾਮ, ਇਹਦਾ ਪੁੱਤਰ ਹੈ ਜਮ ਦਗਨ ਦਾ। ਇਹ ਕਿਹਨੂੰ ਗਾਉਂਦਾ? ਰੱਬ ਨੂੰ। ਇਹਨੇ ਪੁਕਾਰ ਕੀਤੀ ਰੱਬ ਅੱਗੇ। ਇਹਦੇ ਪੁਕਾਰ ਕਰਨ ਦਾ ਕਾਰਨ ਸੀ ਕਰ ਕੁਠਾਰ, ਕੁਠਾਰ ਮਤਲਬ ਕੁਹਾੜੀ, ਕਰ ਹੱਥ, ਰਗ, ਰਘਵੀਰ ਲਈ ਲਫ਼ਜ਼ ਵਰਤਿਆ ਗਿਆ। ਹੁਣ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਪਰਸਰਾਮ ਦੇ ਕੋਲੋਂ ਰਗ ਨੇ ਉਹਦੇ ਹੱਥ ਵਿੱਚੋਂ ਕੁਹਾੜੀ ਵੀ ਖੋਹ ਲਈ, ਕੁਠਾਰ ਵੀ ਖੋਹ ਲਈ, ਤੇ ਉਹਦੀ ਜਿਹੜੀ ਤਾਕਤ, ਉਹਦਾ ਜਿਹੜਾ ਬਲ ਸੀ, ਉਹਦਾ ਬਲ, ਤੇਜ, ਤੇਜ ਮਤਲਬ ਬਲ, ਉਹਦਾ ਪ੍ਰਭਾਵ ਜਿਹੜਾ ਸੀ, ਉਹਦੇ ਕੋਲੋਂ ਉਹਦਾ ਬਲ ਵੀ ਖੋਹ ਲਿਆ, ਉਹਦੇ ਹੱਥ ਦਾ ਕੁਹਾੜਾ ਵੀ ਖੋਹ ਲਿਆ। ਤੇ ਜਦੋਂ ਸਾਰਾ ਕੁਝ ਉਹਦੇ ਕੋਲੋਂ ਖੋਹ ਲਿਆ ਨਾ, ਉਹਨੇ ਰੱਬ ਜੀ ਅੱਗੇ ਪੁਕਾਰ ਕੀਤੀ, ਰੱਬ ਜੀ ਅੱਗੇ ਉਹਨੇ ਅਰਜ਼ੋਈ ਕੀਤੀ। ਜਦੋਂ ਉਹ ਰੱਬ ਜੀ ਨੂੰ ਗਾਉਂਦਾ ਤੇ ਗੁਰੂ ਨਾਨਕ ਸਾਹਿਬ ਜੀ ਉਹ ਰੱਬ ਜੀ ਨੂੰ ਗਾਉਂਦਾ, ਅਕਾਲ ਪੁਰਖ ਨੂੰ ਚੇਤੇ ਕਰਦਾ, ਆਪਣੇ ਬਲ ਦੀ ਮੰਗ ਕਰਦਾ, ਆਪਣੀ ਕੁਠਾਰ ਦੀ ਮੰਗ ਕਰਦਾ,
ਤੇ ਮੇਰੇ ਮਾਲਕ ਗੁਰੂ ਨਾਨਕ ਪਾਤਸ਼ਾਹ ਮੈਨੂੰ ਇੰਜ ਲੱਗਾ ਉਹਨੇ ਵੀ ਤੁਹਾਡੇ ਅੱਗੇ ਹੀ ਅਰਜ਼ੋਈਆਂ ਕੀਤੀਆਂ। ਜਦੋਂ ਉਹਨੇ ਗਾਵਿਆ ਤੇ ਉਹਨੇ ਵੀ ਤੁਹਾਨੂੰ ਹੀ ਗਾਇਨ ਕੀਤਾ, ਉਹਨਾਂ ਵੀ ਤੁਹਾਡੀ ਸ਼ੋਭਾ ਹੀ ਗਾਵੀ ਹੈ। ਉਦ ਅਕਰੂਰ ਬਿਦਰ ਗੁਣ ਗਾਵੇ, ਸਰਬਾਤਮ ਜਿਨ ਜਾਣਿਓ। ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਫਿਰ ਉਸੇ ਬਾਤ ਨੂੰ ਮੈਂ ਦੁਬਾਰਾ ਦੁਹਰਾਉਂਦਾ ਚੱਲਾਂ। ਭੱਟ ਜੀ ਨੇ ਜਿੰਨਾ ਸ਼ਖਸੀਅਤਾਂ ਦਾ ਜ਼ਿਕਰ ਕੀਤਾ ਉਹ ਸਾਰੀਆਂ ਬੜੀਆਂ ਉੱਚੀਆਂ ਸ਼ਖਸੀਅਤਾਂ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਅੰਦਰ ਸੱਚਮੁੱਚ ਰੱਬ ਦੀ ਭਗਤੀ ਨੂੰ ਗਾਵਿਆ ਤੇ ਰੱਬ ਦੇ ਮਿਲਾਪ ਨੂੰ ਹਾਸਲ ਕੀਤਾ। ਜਿਨ੍ਹਾਂ ਉਹਨਾਂ ਦੀ ਗੱਲ ਕੀਤੀ, ਕਿਉਂਕਿ ਗਾਉਣ ਨੂੰ ਤੇ ਕਹਿ ਸਕਦੇ ਹਾਂ ਵੀ ਰਸਨਾ ਕਰਕੇ ਗਾਉਣ ਵਾਲੇ ਵੀ ਕਈ ਨੇ, ਜਿਨ੍ਹਾਂ ਕੇਵਲ ਜ਼ੁਬਾਨ ਕਰਕੇ ਗਾਵਿਆ। ਪਰ ਇੱਥੇ ਜਿਨ੍ਹਾਂ ਦਾ ਜ਼ਿਕਰ ਕੀਤਾ ਜ਼ੁਬਾਨ ਕਰਕੇ ਗਾਉਣ ਵਾਲਿਆਂ ਦਾ ਨਹੀਂ, ਜਿਨ੍ਹਾਂ ਹਿਰਦੇ ਕਰਕੇ ਗਾਵਿਆ ਤੇ ਹਿਰਦੇ ਕਰਕੇ ਗਾਉਂਦਿਆਂ, ਜਿਨ੍ਹਾਂ ਰੱਬ ਦੇ ਮੇਲ ਨੂੰ ਹਾਸਲ ਕੀਤਾ, ਮਿਲਾਪ ਹਾਸਲ ਕੀਤਾ। ਜਿਨ੍ਹਾਂ ਫਿਰ ਜ਼ਿਕਰ ਕੀਤਾ ਭੱਟ ਜੀ ਨੇ, ਕਹਿੰਦੇ ਉਧੋ ਅਕਰੂਰ ਬਿਦਰ ਗੁਣ ਗਾਵੇ। ਹੁਣ ਇਹ ਤਿੰਨ ਸ਼ਖਸਾਂ ਦਾ ਜ਼ਿਕਰ ਹੈ। ਉਧਵ ਅਸਲ ਵਿੱਚ ਨਾਮ ਹੈ ਉਧਵ, ਇਹ ਕ੍ਰਿਸ਼ਨ ਜੀ ਦਾ ਭਗਤ ਹੋਇਆ, ਇਹਨੇ ਬੜੀ ਭਗਤੀ ਉਹਨਾਂ ਦੀ ਕੀਤੀ। ਅਕਰੂਰ ਇਹ ਵੀ ਉਹਨਾਂ ਦਾ ਭਗਤ ਹੈ, ਤੇ ਬਿਦਰ ਇਹ ਵੀ ਕ੍ਰਿਸ਼ਨ ਜੀ ਦਾ ਭਗਤ ਹੈ। ਇਹਨਾਂ ਕਿਹਨੂੰ ਗਾਇਆ? ਕ੍ਰਿਸ਼ਨ ਜੀ ਨੂੰ ਗਾਇਆ, ਰੱਬ ਨੂੰ ਗਾਇਆ। ਕਿਉਂਕਿ ਉਸ ਸਮੇਂ ਮੰਨਿਆ ਜਾਂਦਾ ਹੈ ਕਿ ਕ੍ਰਿਸ਼ਨ ਜੀ ਰੱਬ ਦਾ ਅਵਤਾਰ ਨੇ। ਹੁਣ ਉਹ ਗਾਇਨ ਕਿਹਨੂੰ ਕਰੇ? ਜੇ ਆਪਾਂ ਇਨਡਾਇਰੈਕਟਲੀ ਤੌਰ ਤੇ ਵੇਖਾਂਗੇ ਤੇ ਗਾਵਿਆ ਤੇ ਰੱਬ ਨੂੰ ਹੀ ਜਾ ਰਿਹਾ ਨਾ, ਇਹਨਾਂ ਦੁਆਰਾ ਵੀ ਭਗਤੀ ਰੱਬ ਦੀ ਕੀਤੀ ਜਾ ਰਹੀ ਹੈ। ਤੇ ਰੱਬ ਦੀ ਭਗਤੀ ਕਰਦਿਆਂ ਹੋਇਆਂ ਗੁਣ ਗਾਵੇ। ਭੱਟ ਕੱਲ ਜੀ ਕਹਿੰਦੇ ਵੀ ਇਹਨਾਂ ਨੇ ਗੁਣ ਗਾਏ ਭਾਈ, ਤੇ ਗੁਰੂ ਨਾਨਕ ਸਾਹਿਬ ਜੀ ਮੈਨੂੰ ਤੇ ਇੰਜ ਹੀ ਲੱਗਦਾ ਵੀ ਇਹਨਾਂ ਜਦੋਂ ਗਾਵਿਆ ਇਹਨਾਂ ਵੀ ਤੁਹਾਨੂੰ ਹੀ ਗਾਇਆ, ਇਹਨਾਂ ਵੀ ਕਿਸੇ ਹੋਰ ਨੂੰ ਨਹੀਂ ਗਾਇਆ, ਇਹਨਾਂ ਵੀ ਤੁਹਾਡੀ ਹੀ ਸ਼ੋਭਾ ਕੀਤੀ ਹੈ। ਚਾਹੇ ਉਧਵ ਦੀ ਗੱਲ ਕਰ ਲਓ ਤੇ ਭਾਵੇਂ ਅਕਰੂਰ ਦੀ ਗੱਲ ਕਰ ਲਓ ਤੇ ਭਾਵੇਂ ਕਰ ਲਓ ਬਿਦਰ ਜੀ ਦੀ, ਇਹਨਾਂ ਸਾਰਿਆਂ ਜਦੋਂ ਗਾਇਆ ਤੇ ਗੁਰੂ ਨਾਨਕ ਸਾਹਿਬ ਇਹਨਾਂ ਵੀ ਤੁਹਾਨੂੰ ਗਾਇਆ। ਸਰਬਾਤਮ ਜਿਨ ਜਾਣਿਓ, ਜਿਨ੍ਹਾਂ ਨੇ ਅਸਲ ਦੇ ਵਿੱਚ ਸਭ ਦੀ ਆਤਮਾ ਹਰੀ ਨੂੰ ਜਾਣਿਆ, ਜਿਹੜਾ ਸਰਬਾਤਮ ਸਾਰਿਆਂ ਦੀ ਆਤਮਾ ਸਾਰਿਆਂ ਵਿੱਚ ਬੈਠਾ ਹੋਇਆ ਅਕਾਲ ਪੁਰਖ ਪਰਮੇਸ਼ਵਰ, ਜਿਹਨੂੰ ਇਹਨਾਂ ਨੇ ਜਾਣਿਆ। ਇਹ ਸਾਰੇ ਦੇ ਸਾਰੇ ਜਿਹੜੇ ਅਕਾਲ ਪੁਰਖ ਨੂੰ ਜਾਣਨ ਵਾਲੇ, ਉਹਨੂੰ ਗਾਉਣ ਵਾਲੇ, ਤੇ ਜਦੋਂ ਇਹਨਾਂ ਅਕਾਲ ਪੁਰਖ ਨੂੰ ਜਾਣ ਕੇ ਗਾਵਿਆ ਤੇ ਮਾਲਕ ਜੀ ਇਹਨਾਂ ਉਹਦੀ ਸ਼ੋਭਾ ਗਾਇਨ ਕੀਤੀ, ਉਹਦੀ ਵਡਿਆਈ ਕੀਤੀ। ਤੇ ਗੁਰੂ ਨਾਨਕ ਸਾਹਿਬ ਮੈਨੂੰ ਤੇ ਇੰਜ ਹੀ ਲੱਗਾ ਜਿਵੇਂ ਇਹਨਾਂ ਵੀ ਗਾਉਂਦਿਆਂ ਹੋਇਆਂ ਧੰਨ ਗੁਰੂ ਨਾਨਕ ਸਾਹਿਬ ਜੀ ਸਿਰਫ ਤੇ ਸਿਰਫ ਤੁਹਾਡੀ ਵਡਿਆਈ ਕੀਤੀ, ਤੁਹਾਡੀ ਹੀ ਸ਼ੋਭਾ ਨੂੰ ਗਾਇਨ ਕੀਤਾ। ਫਿਰ ਅਖੀਰੀ ਪੰਕਤੀ ਤੇ ਆਏ, ਕਹਿੰਦੇ ਕਬ ਕਲ ਸੁਜਸ ਗਾਵੋਂ ਗੁਰੂ ਨਾਨਕ। ਹੁਣ ਪਹਿਲੋਂ ਉੱਚੀਆਂ ਸ਼ਖਸੀਅਤਾਂ ਦਾ ਜ਼ਿਕਰ ਕਰਕੇ ਫਿਰ ਕਹਿੰਦੇ ਆਹ ਕਵੀ ਜਿਹੜਾ ਜਿਹਨੂੰ ਤੁਸੀਂ ਮਾਣ ਦਿੱਤਾ ਕਵੀ ਹੋਣ ਦਾ, ਜਿਹਨੂੰ ਤੁਸੀਂ ਇੰਨਾ ਬਲ ਦਿੱਤਾ ਵੀ ਮੈਂ ਗਾ ਸਕਾਂ। ਗੁਰੂ ਅਰਜਨ ਸਾਹਿਬ ਜੀ ਦੇ ਉਚਾਰਨ ਕੀਤੇ ਸਵਈਏ ਇਸ ਗੱਲ ਦੀ ਪ੍ਰੋੜਤਾ ਕਰਦੇ ਨੇ ਕਿ ਭੱਟ ਸਾਹਿਬਾਨਾਂ ਨੂੰ ਪਹਿਲਾਂ ਜਾਚ ਦੱਸੀ ਵੀ ਗੁਰੂ ਨਾਨਕ ਸਾਹਿਬ ਦੀ ਜੀ ਸ਼ੋਭਾ ਗਾਉਣੀ ਤੇ ਏਦਾਂ ਗਾਉਣੀ ਹੈ। ਉਹਨਾਂ ਨੂੰ ਪਹਿਲਾਂ ਸਿਖਾਇਆ ਗਿਆ ਵੀ ਜਿਹੜੀ ਕਾਵ ਰੂਪ ਵਰਤੋਂ ਕਰਨੀ ਹੈ ਜਾਂ ਜਿਸ ਢੰਗ ਨਾਲ ਛੰਦਾਂ ਦੀ ਵਰਤੋਂ ਕਰਨੀ, ਕਵਿਤਾ ਦੀ ਵਰਤੋਂ ਕਰਨੀ, ਬਾਬੇ ਨਾਨਕ ਦੀ ਸ਼ੋਭਾ ਨੂੰ ਗਾਉਣਾ, ਅਕਾਲ ਪੁਰਖ ਦੀ ਸ਼ੋਭਾ ਨੂੰ ਗਾਉਣਾ, ਤੇ ਆਹ ਤਰੀਕਾ ਜੇ ਉਹਦੀ ਵਡਿਆਈ ਨੂੰ ਗਾਉਣ ਦਾ, ਉਹਦੀ ਸ਼ੋਭਾ ਨੂੰ ਗਾਉਣ ਦਾ। ਤੇ ਫਿਰ ਇਹ ਆਪ ਆਖਦੇ ਕਹਿੰਦੇ ਕਬ ਕਲ ਸੁਜਸ ਗਾਵੋਂ ਗੁਰੂ ਨਾਨਕ। ਆ ਜਿਹਨੂੰ ਤੁਸੀਂ ਮਾਣ ਦਿੱਤਾ ਕਵੀ ਹੋਣ ਦਾ, ਜਿਹਨੂੰ ਤੁਸੀਂ ਜਾਚ ਦਿੱਤੀ ਕਵਿਤਾ ਗਾਉਣ ਦੀ, ਜਿਹਨੂੰ ਤੁਸੀਂ ਬਲ ਦਿੱਤਾ ਕਿ ਮੈਂ ਤੁਹਾਡੀ ਸ਼ੋਭਾ ਗਾ ਸਕਾਂ, ਮਾਲਕ ਪਾਤਸ਼ਾਹ ਆ ਕਵੀ ਭੱਟ ਜਿਹੜਾ ਨਾ, ਕੱਲ ਭੱਟ ਜੀ ਕਹਿੰਦੇ ਮੈਂ ਵੀ ਸ਼ੋਭਾ ਗਾਉਣਾ ਪਰ ਗੁਰੂ ਨਾਨਕ ਸਾਹਿਬ ਜੀ ਤੁਹਾਡੀ, ਕਿਉਂਕਿ ਤੁਸੀਂ ਰਾਜ ਵੀ ਮਾਣਿਆ ਤੇ ਤੁਸੀਂ ਜੋਗ ਵੀ ਮਾਣਿਆ ਹੈ। ਗਾਵਹਿ ਗੁਣ ਬਰਨ ਚਾਰ ਖਟ ਦਰਸ਼ਨ,
ਬ੍ਰਹਮਾਦਿਕ ਸਿਮਰੰਤ ਗੁਨਾ ਗਾਵੇ ਗੁਣ ਸੀਸ ਸਹਸ ਜਿਹਬਾ ਰਸ ਆਦ ਅੰਤ ਲਿਵ ਲਾਗ ਤੁਨਾ। ਪਹਿਲੋਂ ਤੇ ਗੱਲ ਕੀਤੀ ਸੀ ਉਹਨਾਂ ਸ਼ਖਸੀਅਤਾਂ ਦੀ ਦੋ ਸਵਈਆਂ ਦੇ ਵਿੱਚ ਜਿਨ੍ਹਾਂ ਨੇ ਰੱਬ ਨੂੰ ਗਾਵਿਆ। ਤੇ ਜੇ ਹੁਣ ਮੈਂ ਇਹ ਲਫ਼ਜ਼ ਵਰਤਦਾ ਚੱਲਾਂ, ਹੱਥ ਜੋੜ ਕੇ ਮੁਆਫੀ ਵੀ ਮੰਗਦਾ ਮੈਂ। ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ, ਪਰ ਜੋ ਭੱਟ ਜੀ ਨੇ ਜ਼ਿਕਰ ਕੀਤਾ ਵੀ ਹੁਣ ਉਹਨਾਂ ਦੀ ਗੱਲ ਕਰ ਰਹੇ ਨੇ ਜਿਨ੍ਹਾਂ ਨੂੰ ਸੰਸਾਰ ਦੇ ਲੋਕਾਂ ਨੇ ਖੁਦ ਰੱਬ ਮੰਨਿਆ, ਜਿਨ੍ਹਾਂ ਨੂੰ ਸੰਸਾਰ ਦੇ ਲੋਕਾਂ ਨੇ ਉੱਚ ਦੇਵ ਰੂਪ ਮੰਨ ਕੇ ਪੂਜਿਆ, ਦੇਵਤੇ ਮੰਨ ਕੇ ਜਿਨ੍ਹਾਂ ਦੀ ਪੂਜਾ ਕੀਤੀ, ਜਿਨ੍ਹਾਂ ਦਾ ਅਦਬ ਕੀਤਾ, ਜਿਨ੍ਹਾਂ ਦਾ ਸਤਿਕਾਰ ਕੀਤਾ। ਤੇ ਭੱਟ ਜੀ ਨੇ ਜਦੋਂ ਗਾਵਿਆ, ਕਹਿੰਦੇ ਰੱਬ ਗੁਰੂ ਨਾਨਕ ਸਾਹਿਬ ਜੀ ਜਦੋਂ ਉਹਨਾਂ ਦੇਵਤਿਆਂ ਵੱਲ ਵੀ ਵੇਖਦੇ ਆ ਨਾ, ਅਸੀਂ ਉਹਨਾਂ ਸ਼ਖਸਾਂ ਵੱਲ, ਉਹਨਾਂ ਸ਼ਖਸੀਅਤਾਂ ਵੱਲ ਵੀ ਵੇਖਦੇ ਆ, ਉਹਨਾਂ ਵੀ ਜਦੋਂ ਗਾਵਿਆ ਨਾ, ਤੇ ਮੈਨੂੰ ਇੰਜ ਹੀ ਲੱਗਾ ਵੀ ਗੁਰੂ ਨਾਨਕ ਸਾਹਿਬ ਉਹਨਾਂ ਵੀ ਤੁਹਾਡੀ ਸ਼ੋਭਾ ਨੂੰ ਹੀ ਗਾਇਨ ਕੀਤਾ। ਤੇ ਪਹਿਲੋਂ ਜ਼ਿਕਰ ਕੀਤਾ, ਕਹਿੰਦੇ ਗਾਵੇਂ ਗੁਣ ਵਰਨ ਚਾਰ, ਜਿਹੜੇ ਸਮਾਜ ਵਿੱਚ ਚਾਰ ਵਰਨ ਮੰਨੇ ਜਾਂਦੇ, ਚਾਰ ਜਾਤੀਆਂ, ਜੋ ਕਹਿ ਲਓ ਵੀ ਸਮਾਜ ਵਿਚਲੇ ਜਿਹੜੇ ਵਿਤਕਰੇ ਸੀ, ਭਿੰਨਤਾਵਾਂ ਸੀ ਜਿਹੜੀਆਂ, ਜਿਨ੍ਹਾਂ ਨੂੰ ਆਪਾਂ ਜਾਤਾਂ ਦੇ ਵਿਤਕਰੇ ਕਹਿ ਸਕਦੇ, ਸਮਾਜ ਵਿੱਚ ਪਾਏ ਗਏ। ਇਹ ਕੁਝ ਕੁ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਹੋਇਆ ਸਮਾਜ ਵਿੱਚ ਊਚ ਨੀਚ ਦੀ ਪੈਦਾ ਕੀਤੀ ਭਾਵਨਾ ਹੀ ਹੈ, ਹੋਰ ਕੁਝ ਨਹੀਂ, ਕਿਉਂਕਿ ਅਕਾਲ ਪੁਰਖ ਨੇ ਬਣਾਉਣ ਲੱਗਿਆਂ ਕਿਸੇ ਨਾਲ ਵਿਤਕਰਾ ਨਹੀਂ ਸੀ ਕੀਤਾ। ਤੇ ਜੇ ਅਕਾਲ ਪੁਰਖ ਨੇ ਵਿਤਕਰਾ ਕੀਤਾ ਹੁੰਦਾ, ਸੁਭਾਵਿਕ ਜਿਹੀ ਬਾਤ ਹੈ, ਸ਼ਾਇਦ ਜੇ ਇਹ ਜ਼ਾਤ ਔਰ ਵਰਨ ਸੱਚੇ ਹੁੰਦੇ ਤੇ ਸ਼ਾਇਦ ਨੀਵੀਆਂ ਜਾਤਾਂ ਵਾਲੇ ਕਦੇ ਰੱਬ ਨੂੰ ਨਾ ਮਿਲ ਪਾਉਂਦੇ। ਪਰ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਵਿੱਚ ਕੁਝ ਸ਼ਖਸੀਅਤਾਂ ਐਸੀਆਂ ਨੇ ਜਿਨ੍ਹਾਂ ਨੂੰ ਸਮਾਜ ਨੇ ਦੁਰਕਾਰਤਾ ਸੀ ਵੀ ਇਹ ਨੀਵੀਆਂ ਜਾਤੀਆਂ ਦੇ ਮਾਲਕ ਨੇ, ਪਰ ਬਾਬੇ ਨਾਨਕ ਨੇ ਜਦੋਂ ਉਹਨਾਂ ਦੇ ਪੱਖ ਵਿੱਚ ਜਾ ਕੇ ਆਵਾਜ਼ ਚੁੱਕੀ ਨਾ, ਤੇ ਗੁਰੂ ਨਾਨਕ ਸਾਹਿਬ ਨੇ ਇਹੀ ਆਖਿਆ ਸੀ, ਨੀਚਾਂ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਣ ਤੱਥੈ ਨਦਰ ਤੇਰੀ ਬਖਸ਼ੀਸ਼। ਉਹਨਾਂ ਦੇ ਪੱਖ 'ਚ ਜਦੋਂ ਬਾਬੇ ਨਾਨਕ ਨੇ ਆਵਾਜ਼ ਚੁੱਕੀ, ਜਦੋਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਪੱਖ 'ਚ ਆਵਾਜ਼ ਚੁੱਕੀ, ਤੇ ਬਾਬੇ ਨੇ ਵਿਤਕਰਾ ਨਹੀਂ ਕੀਤਾ, ਕੋਈ ਚੁੱਕ ਕੇ ਆਪਣੇ ਨਾਲ ਹੀ ਬਿਠਾ ਲੇ ਵੀ ਤੁਸੀਂ ਵੀ ਮੇਰੇ ਵਰਗੇ ਹੀ ਹੋ, ਕਿਉਂਕਿ ਤੁਹਾਡੀ ਸੋਚ ਮੇਰੀ ਸੋਚ ਨਾਲ ਮੇਲ ਖਾਂਦੀ ਹੈ, ਤੁਹਾਡੀ ਜੀਵਨ ਜੁਗਤੀ ਵੀ ਉਹੀ ਹੈ ਜਿਹੜੀ ਜੀਵਨ ਜੁਗਤੀ ਮੇਰੇ ਕੋਲ ਹੈ, ਤੇ ਤੁਸੀਂ ਵੀ ਅਕਾਲ ਪੁਰਖ ਨੂੰ ਗਾਉਂਦੇ ਹੋ, ਤੇ ਮੈਂ ਵੀ ਜਦੋਂ ਬਾਤ ਕਰਦਾ ਉਦੋਂ ਅਕਾਲ ਪੁਰਖ ਨੂੰ ਗਾਉਣ ਦੀ ਕਰਦਾ। ਸੰਸਾਰ ਵਿਚਲੇ ਵਿਤਕਰੇ ਮੈਂ ਵੀ ਨਹੀਂ ਮੰਨਦਾ, ਤੇ ਸੰਸਾਰ ਵਿਚਲੇ ਵਿਤਕਰੇ ਤੁਸੀਂ ਵੀ ਨਹੀਂ ਮੰਨਦੇ। ਬਾਬੇ ਨਾਨਕ ਨੇ ਸਾਰਿਆਂ ਨੂੰ ਹੀ ਆਪਣੇ ਬਰਾਬਰ ਬਿਠਾ ਲਿਆ, ਚਾਹੇ ਕੋਈ ਉੱਚ ਜਾਤੀ ਦਾ ਸੀ ਤੇ ਭਾਵੇਂ ਕੋਈ ਸਮਾਜ ਵਿੱਚ ਪਾਈਆਂ ਵੰਡੀਆਂ ਦੇ ਮੁਤਾਬਕ ਨੀਵੀਂ ਜਾਤੀ ਦਾ ਸੀ, ਪਰ ਬਾਬੇ ਨੇ ਸਭਨਾਂ ਨੂੰ ਬਰਾਬਰਤਾ ਜਿਹੜੀ ਉਹ ਦਿੱਤੀ। ਤੇ ਫਿਰ ਭਾਵੇਂ ਉਹ ਬਰਾਬਰਤਾ ਇੱਕ ਪੰਕਤੀ ਪਿੱਛੇ ਕਿਉਂ ਨਾ ਮਿਲੀ ਹੋਵੇ, ਜੇ ਇੱਕ ਪੰਕਤੀ ਵੀ ਬਾਬੇ ਨਾਨਕ ਦੀ ਸੋਚ ਨਾਲ ਮੇਲ ਖਾਂਦੀ ਹੈ ਨਾ, ਤੇ ਬਾਬੇ ਨਾਨਕ ਨੇ ਉਹ ਵੀ ਆਪਣੇ ਬਰਾਬਰ ਬਿਠਾ ਕੇ ਰੱਖਿਆ। ਜਿੰਨਾ ਸਤਿਕਾਰ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਕਰਦੇ ਹਾਂ, ਓਨਾ ਹੀ ਸਤਿਕਾਰ ਫਿਰ ਉੱਥੇ ਉਸ ਇੱਕ ਪੰਕਤੀ ਦਾ ਵੀ ਸਾਨੂੰ ਕਰਨਾ ਅਸੀਂ ਕਰਦੇ ਹਾਂ, ਜਿੱਥੇ ਕੇਵਲ ਇਹ ਜ਼ਿਕਰ ਕੀਤਾ ਜਾਂਦਾ, ਛਾੜ ਮਨ ਹਰ ਬਿਮੁਖਨ ਕੋ ਸੰਗ। ਬਾਬੇ ਨਾਨਕ ਦੀ ਬਾਣੀ ਜਿੰਨਾ ਸਤਿਕਾਰ ਹੈ। ਫਿਰ ਜ਼ਿਕਰ ਕੀਤਾ, ਕਹਿੰਦੇ ਗਾਵੇਂ ਗੁਣ ਵਰਨ ਚਾਰ, ਚਾਰੇ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ਼। ਸਤਿਗੁਰੂ ਜੀ ਇਹ ਸਾਰੀ ਤੁਹਾਨੂੰ ਗਾ ਰਹੇ, ਬਸ ਇੰਨਾ ਕਹਿ ਸਕਦੇ ਆ। ਹੁਣ ਮੈਂ ਇਹਨਾਂ ਵਰਨਾਂ ਦਾ ਥੋੜਾ ਜਿਹਾ ਪੱਖ ਰੱਖਦਾ ਚੱਲਾਂ। ਪ੍ਰਤੱਖ ਰੂਪ ਵਿੱਚ ਜਿਹੜੀਆਂ ਵੰਡੀਆਂ ਪਾਈਆਂ ਨੇ ਨਾ ਇਸ ਸਮਾਜ ਵਿੱਚ, ਜੋ ਮਨੂ ਸਿਮਰਤੀ ਦੇ ਆਧਾਰ ਉੱਤੇ ਪਾਈਆਂ ਗਈਆਂ, ਇਹਦੇ ਵਿੱਚ ਬ੍ਰਾਹਮਣ ਜਿਹੜਾ ਨਾ ਉਹ ਮਤਲਬ ਸਪਸ਼ਟ ਰੂਪ ਵਿੱਚ ਬੇਖੌਫ ਹੋ ਕੇ ਇਕੱਲਾ ਬ੍ਰਾਹਮਣ ਜਾਤੀ ਵਾਲਾ ਹੀ ਰੱਬ ਦੀ ਸ਼ੋਭਾ ਗਾ ਸਕਦਾ ਸੀ। ਬਾਕੀ ਸਾਰਿਆਂ ਨੂੰ ਕਾਰਜ ਕੁਝ ਹੋਰ ਹੀ ਹੈ। ਖੱਤਰੀ ਦਾ ਕਾਰਜ ਹੈ ਵੀ ਤੂੰ ਲੜਨਾ, ਤੂੰ ਝਗੜਨਾ, ਬਾਰਡਰਾਂ ਤੇ ਤੂੰ ਖੜਨਾ, ਕਿਸੇ ਨਾਲ ਕੋਈ ਲੜਾਈ ਦੀ ਬਾਤ ਆਵੇ ਤੇ ਤੂੰ ਅੱਗੇ ਹੋਣਾ, ਕੋਈ ਹਮਲਾ ਕਰੇ ਮੁਕਾਬਲਾ ਤੂੰ ਕਰਨਾ। ਵੈਸ਼ ਨੂੰ ਕਹਿਤਾ ਵੀ ਰੱਬ ਤੂੰ ਵੀ ਨਹੀਂ ਆਰਾਧਨਾ, ਤੂੰ ਕੱਲਾ ਪੇਟ ਹੀ ਭਰਨਾ, ਸਾਡਾ ਵੀ ਤੇ ਬਾਕੀਆਂ ਦਾ ਵੀ।
ਤੇ ਸ਼ੂਦਰ ਨੂੰ ਕਹਤਾ ਤੂੰ ਤੇ ਨਜ਼ਦੀਕ ਵੀ ਨਹੀਂ ਨਾ ਜਾ ਸਕਦਾ ਰੱਬ ਦੇ, ਵੀ ਤੂੰ ਨਾ ਰੱਬ ਨੂੰ ਸੁਣ ਸਕਦਾ, ਨਾ ਰੱਬ ਨੂੰ ਵਿਚਾਰ ਸਕਦਾ, ਨਾ ਰੱਬ ਨੂੰ ਬੋਲ ਸਕਦਾ ਹੈ, ਤੇ ਇੱਥੋਂ ਤੱਕ ਤੂੰ ਰੱਬ ਦਾ ਜਿਹੜਾ ਘਰ ਅਸੀਂ ਬਣਾਏ ਉਹਨਾਂ ਘਰਾਂ ਵਿੱਚ ਵੀ ਨਹੀਂ ਜਾ ਸਕਦਾ। ਮਤਲਬ ਉਹਨੂੰ ਧਾਰਮਿਕ ਅਸਥਾਨ ਤੇ ਜਾਣਾ ਵੀ ਅਲਾਉ ਨਹੀਂ ਸੀ। ਇੱਥੋਂ ਤੱਕ ਜਿਹੜੀ ਸਮਾਜ ਦੀ ਹਾਲਾਤ ਬੜੀ ਬੱਤਰ ਤਰਸਯੋਗ ਬਣ ਚੁੱਕੀ ਸੀ ਕਿ ਜੇ ਕਿਤੇ ਸ਼ੂਦਰ ਵੇਖ ਜਾਂਦਾ ਸੀ ਨਾ ਵੀ ਇਹਨੇ ਰੱਬ ਦੀ ਸ਼ੋਭਾ ਨੂੰ ਗਾਇਆ ਜਾਂ ਇਹਨੇ ਆਪਣੀ ਰਸ ਨਾਲ ਰੱਬ ਦਾ ਨਾਮ ਲਿਆ, ਤੇ ਉਹਦੀ ਜ਼ੁਬਾਨ ਹੀ ਕੱਟ ਕੇ ਰੱਖ ਦਿੰਦੇ ਸੀ ਵੀ ਅਗਾਂਹ ਤੋਂ ਬੋਲ ਹੀ ਨਾ ਸਕੇ। ਤੇ ਜੇ ਪਤਾ ਲੱਗ ਜਾਣਾ ਵੀ ਇਹਨੇ ਸੁਣ ਲਿਆ ਤੇ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦੇਣਾ, ਜੇ ਪਤਾ ਲੱਗ ਜਾਣਾ ਵੀ ਇਹਨੇ ਵੇਖ ਲਿਆ ਤੇ ਉਹਦੀਆਂ ਅੱਖਾਂ ਕੱਢ ਦੇਣੀਆਂ। ਇਦਾਂ ਦੇ ਹਾਲਾਤ ਸਨ। ਤੇ ਇੰਨਾ ਕੁ ਜ਼ਿਆਦਾ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਿਤੇ ਸਮਾਜ ਦੇ ਹਾਲਾਤ, ਧਰਮ ਦੇ ਹਾਲਾਤ ਪੜ੍ਹ ਕੇ ਵੇਖੋ, ਇੰਨੀ ਕੁ ਜ਼ਿਆਦਾ ਬੱਤਰ ਹਾਲਤ ਸੀ ਇਸ ਚੌਥੇ ਵਰਣ ਦੀ ਕਿ ਇਹਨਾਂ ਨੂੰ ਨਾ ਕੇਵਲ ਤੇ ਕੇਵਲ ਇੱਕ ਪੈਰ ਦੀ ਜੁੱਤੀ ਛੱਡ ਕੇ ਇਹਨਾਂ ਨੂੰ ਇੱਕ ਕੀੜੇ ਸਮਝਿਆ ਜਾਂਦਾ ਸੀ, ਤੇ ਉਹ ਵੀ ਗੰਦਗੀ ਦੇ, ਇਸ ਤੋਂ ਵੱਧ ਕੇ ਕੁਝ ਵੀ ਨਹੀਂ। ਕਿਤੇ ਪੜੋ ਗੁਰੂ ਨਾਨਕ ਸਾਹਿਬ ਦਾ ਇਤਿਹਾਸ, ਬਾਬੇ ਨਾਨਕ ਤੋਂ ਪਹਿਲਾਂ ਐਸੇ ਹਾਲਾਤ ਸਨ ਇਹਨਾਂ ਚੌਥੇ ਵਰਨ ਵਾਲਿਆਂ ਦੇ, ਜਿਨ੍ਹਾਂ ਦੇ ਪੱਖ ਵਿੱਚ ਬਾਬੇ ਨਾਨਕ ਨੇ ਆਵਾਜ਼ ਚੁੱਕੀ। ਇਹਨਾਂ ਨੂੰ ਇੱਕ, ਖਿਮਾ ਕਰਿਓ ਮੈਂ ਲਫ਼ਜ਼ ਵਰਤਣ ਲੱਗਿਆ, ਡਸਟਬਿਨ ਸਮਝਿਆ ਜਾਂਦਾ ਸੀ ਕਿ ਅਸੀਂ ਜੇ ਗੰਦਗੀ ਵੀ ਸੁੱਟਣੀ ਤੇ ਇਹਨਾਂ ਦੇ ਉੱਤੇ ਸੁੱਟ ਸਕਦੇ ਹਾਂ। ਇੱਥੋਂ ਤੱਕ ਸਮਾਜ ਦੇ ਹਾਲਾਤ ਤਰਸਯੋਗ ਸਨ। ਪਰ ਲੁਕ ਕੇ ਜਦੋਂ ਇਹਨਾਂ ਵੀ ਗਾਇਆ, ਕਿਉਂਕਿ ਜਦੋਂ ਗਾਉਣ ਲੱਗਦੇ ਸਨ ਉਦੋਂ ਤੇ ਲੁਕ ਕੇ ਹੀ ਗਾਉਣਾ ਪੈਂਦਾ ਸੀ ਨਾ ਰੱਬ ਨੂੰ। ਜਦੋਂ ਗਾਇਆ, ਭਗਤ ਕਬੀਰ ਜੀ ਨੇ ਗਾਇਆ, ਭਗਤ ਰਵਿਦਾਸ ਜੀ ਵਰਗਿਆਂ ਨੇ ਜਦੋਂ ਗਾਇਆ, ਗਾਉਂਦਿਆਂ ਗਾਉਂਦਿਆਂ ਸਮਾਜ ਵਿੱਚ ਪ੍ਰਗਟ ਹੋਏ ਤੇ ਉਹਨਾਂ ਉੱਤੇ ਜਿਹੜੇ ਅਤਿਆਚਾਰ ਜ਼ੁਲਮ ਹੋਏ ਉਹ ਇਸ ਗੱਲ ਦਾ ਪ੍ਰੂਫ ਹੈ। ਹੱਕ ਉਹਨਾਂ ਨੂੰ ਵੀ ਨਹੀਂ ਸੀ ਰੱਬ ਨੂੰ ਗਾਉਣ ਦਾ, ਪਰ ਉਹਨਾਂ ਗਾਇਆ। ਜਦੋਂ ਗਾਇਆ ਤੇ ਗੁਰੂ ਨਾਨਕ ਸਾਹਿਬ ਇਦਾਂ ਹੀ ਲੱਗਾ ਵੀ ਜਿਵੇਂ ਉਹਨਾਂ ਵੀ ਤੁਹਾਨੂੰ ਹੀ ਗਾਇਨ ਕੀਤਾ। ਚਾਰੇ ਵਰਨ ਤੁਹਾਨੂੰ ਗਾ ਰਹੇ, ਖੱਟ ਦਰਸ਼ਨ। ਹੁਣ ਖੱਟ ਦਰਸ਼ਨ 6 ਭੇਖ ਨੇ, ਇਹ ਵੱਖਰੇ ਵੱਖਰੇ ਸੰਨਿਆਸੀ, ਕੋਈ ਕਿਸੇ ਪ੍ਰਕਾਰ ਬਣ ਜਾਂਦਾ, ਕੋਈ ਕਿਸੇ ਪ੍ਰਕਾਰ ਬਣ ਜਾਂਦਾ, 6 ਤਰ੍ਹਾਂ ਦੇ ਭੇਖ। ਸਤਿਗੁਰੂ 6 ਭੇਖ ਕਰਨ ਵਾਲੇ ਜਿਹੜੇ ਉਹ ਵੀ ਤੁਹਾਨੂੰ ਗਾ ਰਹੇ। ਬ੍ਰਹਮ ਆਦਿਕ ਸਮਰੰਥ ਗੁਣਾ, ਤੇ ਮਾਲਕ ਜੀ ਬ੍ਰਹਮਾ ਆਦਿਕ ਵਰਗੇ ਜਿਹੜੇ ਦੇਵਤੇ ਨੇ, ਬ੍ਰਹਮਾ ਜੀ ਵਰਗੇ, ਉਹਨਾਂ ਵਰਗੇ ਹੋਰ ਦੇਵਤੇ ਜਿਹੜੇ, ਜਦੋਂ ਉਹਨਾਂ ਗਾਵਿਆ ਨਾ ਤੇ ਇੰਜ ਲੱਗਾ ਗੁਰੂ ਨਾਨਕ ਸਾਹਿਬ ਉਹਨਾਂ ਵੀ ਤੁਹਾਡੀ ਹੀ ਸ਼ੋਭਾ ਨੂੰ ਗਾਇਨ ਕੀਤਾ ਹੈ। ਫਿਰ ਕਹਿੰਦੇ ਗਾਵੇਂ ਗੁਣ ਸ਼ੇਸ਼ ਸਹਿਸ ਜਿਹਬਾ ਰਸ। ਹੁਣ ਸ਼ੇਸ਼ ਜਿਹੜਾ ਸ਼ੇਸ਼ ਨਾਗ, ਇਹਨੂੰ ਵੀ ਕਿਤੇ ਨਾ ਕਿਤੇ ਰੱਬ ਦਾ ਅਵਤਾਰ ਮੰਨਿਆ ਜਾਂਦਾ। ਤੇ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਦੇ ਆ। ਭੱਟ ਕਲ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜਦੋਂ ਸ਼ੇਸ਼ ਨਾਗ ਨੇ ਆਪਣੀਆਂ ਹਜ਼ਾਰਾਂ ਜਿਹਬਾਂ ਦੇ ਨਾਲ ਗਾਇਆ ਅਕਾਲ ਪੁਰਖ ਨੂੰ, ਤੇ ਲੱਗਾ ਏਦਾਂ ਹੀ ਵੀ ਉਹਨੇ ਆਪਣੀਆਂ ਹਜ਼ਾਰਾਂ ਜਿਹਬਾਂ ਦੇ ਨਾਲ ਰਸ ਲੈ ਲੈ ਕੇ, ਕਿਉਂਕਿ ਨਾਲ ਜ਼ਿਕਰ ਕੀਤਾ ਸ਼ੇਸ਼ ਸਹਿਸ ਜਿਹਬਾ ਰਸ, ਜਿਹਬਾਂ ਦੇ ਨਾਲ ਰਸ ਲੈ ਲੈ ਕੇ ਸ਼ੇਸ਼ ਨਾਗ ਨੇ ਵੀ ਆਪਣੀਆਂ ਹਜ਼ਾਰਾਂ ਜੀਭਾਂ ਦੇ ਨਾਲ ਰਸ ਲਿਆ। ਰਸ ਲੈ ਲੈ ਕੇ ਗੁਰੂ ਨਾਨਕ ਸਾਹਿਬ ਉਹਨੇ ਵੀ ਤੁਹਾਨੂੰ ਗਾਇਆ। ਆਦ ਅੰਤ ਲਿਵ ਲਾਗ ਧੁਨਾ, ਉਹਨੇ ਆਦ ਵਿੱਚ ਅੰਤ ਵਿੱਚ, ਇਉਂ ਕਹਿ ਲੋ ਵੀ ਚਾਹੇ ਆਦ ਦੀ ਗੱਲ ਕਰ ਲੋ ਤੇ ਭਾਵੇਂ ਅੰਤ ਦੀ ਗੱਲ ਕਰ ਲੋ, ਗੁਰੂ ਨਾਨਕ ਸਾਹਿਬ ਜਿੰਨੇ ਗਾਉਣ ਵਾਲੇ ਨੇ ਉਹ ਸਾਰੇ ਦੇ ਸਾਰੇ ਤੁਹਾਡੀ ਹੀ ਸ਼ੋਭਾ ਗਾ ਰਹੇ ਹਨ। ਗਾਵੇ ਗੁਣ ਮਹਾਦੇਵ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ। ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਪਹਿਲੋਂ ਤੁਹਾਡੇ ਅੱਗੇ ਮੈਂ ਜ਼ਿਕਰ ਕੀਤਾ ਵੀ ਇਸ ਸਵਈਏ ਅੰਦਰ ਭੱਟ ਜੀ ਨੇ ਉਹਨਾਂ ਸ਼ਖਸੀਅਤਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਸੰਸਾਰ ਨੇ ਦੇਵ ਪੁਰਸ਼ ਮੰਨ ਕੇ ਪੂਜਿਆ। ਤੇ ਜਦੋਂ ਉਹਨਾਂ ਗਾਵਿਆ, ਕਿਉਂਕਿ ਅਕਾਲ ਪੁਰਖ ਦੀ ਸ਼ੋਭਾ ਤੇ ਉਹ ਵੀ ਗਾਉਂਦੇ ਨੇ ਨਾ, ਚਾਹੇ ਦੇਵਤੇ ਨੇ ਚਾਹੇ ਕੋਈ ਆ, ਰੱਬ ਦੀ ਵਡਿਆਈ ਤੇ ਉਹ ਵੀ ਕਰਦੇ। ਇੱਥੋਂ ਤੱਕ ਜੇ ਆਪਾਂ ਰਾਖਸ਼ਾਂ ਦੀ ਗੱਲ ਵੀ ਕਰਾਂਗੇ ਨਾ, ਜਿਵੇਂ ਮਿਥਿਹਾਸ ਕਹਿੰਦਾ ਰਾਖਸ਼ਾਂ ਨੂੰ ਜਦੋਂ ਬਲ ਦੀ ਲੋੜ ਪੈਂਦੀ ਸੀ ਤੇ ਉਹ ਵੀ ਗਾਉਂਦੇ ਰੱਬ ਨੂੰ ਹੀ ਸਨ ਵੀ ਰੱਬਾ ਸਾਨੂੰ ਬਲ ਦੇ, ਸਾਨੂੰ ਤਾਕਤ ਦੇ, ਵੀ ਅਸੀਂ ਤਾਕਤ ਦੇ ਨਾਲ ਦੇਵਤਿਆਂ ਦਾ ਮੁਕਾਬਲਾ ਕਰ ਸਕੀਏ, ਅਸੀਂ ਦੇਵਤਿਆਂ ਨੂੰ ਮਾਰ ਸਕੀਏ, ਸਾਡਾ ਰਾਜ ਅਸੀਂ ਕਾਇਮ ਕਰ ਸਕੀਏ। ਤੇ ਫਿਰ ਜ਼ਿਕਰ ਕੀਤਾ ਕਹਿੰਦੇ ਗਾਵੇਂ ਗੁਣ ਮਹਾਦੇਵ ਬੈਰਾਗੀ,
ਹੁਣ ਇਸ ਬੈਰਾਗੀ ਨੂੰ ਆਪਾਂ ਮਹਾਦੇਵ ਨਾਲ ਵੀ ਲਾ ਸਕਦੇ ਹਾਂ, ਜਿਨ੍ਹਾਂ ਨੇ ਬੈਰਾਗ ਧਾਰਨ ਕਰ ਲਿਆ, ਤੇ ਜਾਂ ਬੈਰਾਗੀ ਨੂੰ ਅਸੀਂ ਇਕੱਲਾ ਬੈਰਾਗੀ ਤਿਆਗੀ ਦੇ ਰੂਪ ਵਿੱਚ ਵੀ ਅਰਥ ਕਰ ਸਕਦੇ ਹਾਂ। ਜੇ ਤੇ ਪ੍ਰੋਫੈਸਰ ਸਾਹਿਬ ਸਿੰਘ ਮੁਤਾਬਕ ਚੱਲਦੇ ਆ ਤੇ ਉਹਨਾਂ ਮਹਾਦੇਵ ਬੈਰਾਗੀ ਕਰਕੇ ਜ਼ਿਕਰ ਕੀਤਾ ਵੀ ਉਹ ਜਿਹੜੇ ਮਹਾਦੇਵ ਜਿਨ੍ਹਾਂ ਨੇ ਬੈਰਾਗ ਧਾਰਨ ਕਰ ਲਿਆ, ਜਿਹੜੇ ਤਿਆਗੀ ਬਣ ਗਏ। ਜੇ ਆਪਾਂ ਅਲੱਗ ਵੀ ਅਰਥ ਕਰਾਂਗੇ ਤੇ ਕੋਈ ਅਤਕਥਨੀ ਨਹੀਂ ਹੈ ਜਾਂ ਅਨਰਥ ਨਹੀਂ, ਕਿਉਂਕਿ ਤਿਆਗੀ ਵੀ ਜਦੋਂ ਗਾਉਂਦੇ ਨੇ ਤੇ ਕਿਹਨੂੰ ਗਾਉਂਦੇ ਨੇ? ਰੱਬ ਨੂੰ। ਜਦੋਂ ਮਹਾਦੇਵ ਜੀ ਨੇ ਗਾਇਆ ਤੇ ਕਿਹਨੂੰ ਗਾਇਆ? ਰੱਬ ਨੂੰ। ਤੇ ਅਸਲ ਦੇ ਅੰਦਰ ਭੱਟ ਕੱਲ ਜੀ ਨੇ ਜਿਹੜਾ ਜ਼ਿਕਰ ਕੀਤਾ ਹੈ, ਉਹ ਰੱਬ ਨੂੰ ਗਾਉਣ ਵਾਲਿਆਂ ਦਾ ਜ਼ਿਕਰ ਕਰਦਿਆਂ ਇਹ ਆਖਿਆ ਵੀ ਉਹਨਾਂ ਰੱਬ ਨੂੰ ਗਾਇਆ, ਪਰ ਗੁਰੂ ਨਾਨਕ ਸਾਹਿਬ ਸਾਨੂੰ ਇੰਜ ਲੱਗਿਆ ਤੁਸੀਂ ਰੱਬ ਸਰੂਪ ਹੋ, ਪਰਮੇਸ਼ਵਰ ਸਰੂਪ ਹੋ, ਤੇ ਲੱਗਦਾ ਹੈ ਵੀ ਉਹ ਸਾਰੇ ਤੁਹਾਨੂੰ ਹੀ ਗਾ ਰਹੇ ਨੇ। ਕਿਉਂਕਿ ਜਿੰਨੀਆਂ ਸ਼ਖਸੀਅਤਾਂ ਦਾ ਜ਼ਿਕਰ ਕੀਤਾ, ਜੇ ਤੇ ਇਹਨਾਂ ਦਾ ਕਾਲ ਵੇਖਾਂਗੇ ਸਰੀਰਕ ਤੌਰ ਤੇ ਸਾਰੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੀ ਹੋਏ ਨੇ। ਜਿਨ੍ਹਾਂ ਦਾ ਵੀ ਜ਼ਿਕਰ ਆਪਾਂ ਪੜ੍ਹਿਆ, ਬ੍ਰਹਮਾ ਜੀ ਜਾਂ ਬ੍ਰਹਮਾ ਜੀ ਦੇ ਪੁੱਤਰਾਂ ਦੀ ਗੱਲ ਕਰ ਲਈਏ, ਜਾਂ ਜਿਹੜੇ ਜੋਗੀ ਜੋਗੇਸ਼ਰ ਜਿਨ੍ਹਾਂ ਦੀ ਗੱਲ ਕੀਤੀ ਜਾ ਰਹੀ, ਰਾਜਾ ਜਨਕ ਵਰਗੇ, ਸਾਰੇ ਗੁਰੂ ਨਾਨਕ ਸਾਹਿਬ ਤੋਂ ਸਰੀਰ ਕਰਕੇ ਪਹਿਲਾਂ ਹੀ ਹੋਏ ਨੇ। ਪਰ ਇਹਨਾਂ ਗਾਵਿਆ ਕਿਹਨੂੰ? ਅਕਾਲ ਪੁਰਖ ਨੂੰ। ਹੁਣ ਅਕਾਲ ਪੁਰਖ ਦਾ ਰੂਪ ਕੌਣ ਨੇ? ਗੁਰੂ ਨਾਨਕ ਸਾਹਿਬ। ਤੇ ਭੱਟ ਕੱਲ ਜੀ ਇਸ ਕਰਕੇ ਕਹਿ ਰਹੇ ਵੀ ਸਤਿਗੁਰੂ ਜੀ, ਸਾਨੂੰ ਲੱਗਦਾ ਵੀ ਉਹਨਾਂ ਰੱਬ ਨੂੰ ਤੁਹਾਡੇ ਰੂਪ ਤੁਹਾਨੂੰ ਚੇਤੇ ਕਰਦਿਆਂ ਹੀ ਰੱਬ ਨੂੰ ਉਹਨਾਂ ਨੇ ਗਾਇਨ ਕੀਤਾ। ਗਾਵੇ ਗੁਣ ਮਹਾਦੇਵ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ। ਜਿਨ੍ਹਾਂ ਨੇ ਲਗਾਤਾਰ ਆਪਣੀ ਸੁਰਤ ਜੋੜ ਕੇ ਰੱਖੀ, ਆਪਣਾ ਧਿਆਨ ਜੋੜ ਕੇ ਰੱਖਿਆ। ਰੱਬ ਜੀ ਉਹ ਧਿਆਨ ਜੋੜਨ ਵਾਲਿਆਂ ਨੇ, ਜਿਨ੍ਹਾਂ ਨੇ ਲਗਾਤਾਰ ਰੱਬ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਰੱਖਿਆ। ਜਦੋਂ ਉਹਨਾਂ ਗਾਇਆ ਨਾ, ਤੇ ਉਹਨਾਂ ਵੀ ਤੁਹਾਨੂੰ ਹੀ ਗਾਇਨ ਕੀਤਾ, ਲਗਾਤਾਰ ਤੁਹਾਡੀ ਸ਼ੋਭਾ ਗਾਇਨ ਕੀਤੀ। ਕਬ ਕੱਲ ਸੁਜਸ ਗਾਵੋਂ ਗੁਰੂ ਨਾਨਕ, ਤੇ ਆ ਭੱਟ ਕੱਲ ਵੀ ਤੁਹਾਡਾ ਬਣਾਇਆ ਕਵੀ। ਜਦੋਂ ਸੁਜਸ ਗਾਉਂਦਾ, ਰੱਬ ਜੀ ਵਡਿਆਈ ਗਾਉਂਦਾ, ਗੁਰੂ ਨਾਨਕ ਸਾਹਿਬ ਜੀ ਮੈਂ ਵੀ ਤੁਹਾਡੀ ਵਡਿਆਈ ਜਿਹੜੀ ਉਹ ਗਾ ਰਿਹਾ, ਇੱਕ ਯਤਨ ਕੋਸ਼ਿਸ਼ ਕਰ ਰਿਹਾ ਤੁਹਾਡੀ ਵਡਿਆਈ ਕਰਨ ਦਾ। ਕਿਉਂਕਿ ਰਾਜ ਜੋਗ ਜਿਨ ਮਾਣਿਓ, ਤੁਸੀਂ ਰਾਜ ਵੀ ਮਾਣਿਆ ਤੇ ਤੁਸੀਂ ਜੋਗ ਵੀ ਮਾਣਿਆ। ਆ ਭੱਟ ਕੱਲ ਜੀ ਦਾ ਜਿਹੜੇ ਬਚਨ, ਮੈਂ 3 ਸਵਈਏ ਤਾਂ ਲਗਾਤਾਰ ਲੈ ਕੇ ਤੁਰਿਆ ਕਿਉਂਕਿ ਪ੍ਰਕਰਨ ਸਾਰਿਆਂ ਦਾ ਹੀ ਇੱਕੋ, ਤੇ ਗਾਉਣ ਵਾਲਿਆਂ ਦੀ ਗੱਲ ਕੀਤੀ। ਤੇ ਗੁਰੂ ਨਾਨਕ ਸਾਹਿਬ ਨੂੰ ਗਾਉਣ ਵਾਲਿਆਂ ਦੇ ਵਿੱਚ ਕੋਈ ਸੀਮਾ ਨਹੀਂ। ਜਿੰਨੇ ਵੀ ਗਾਉਂਦੇ ਨੇ ਉਹ ਸਾਰੇ ਬਾਬੇ ਨਾਨਕ ਨੂੰ ਹੀ ਗਾ ਰਹੇ, ਚਾਹੇ ਕੋਈ ਕਿਸੇ ਰੂਪ 'ਚ ਕਹਿ ਲਓ ਤੇ ਭਾਵੇਂ ਕਿਸੇ ਰੂਪ ਵਿੱਚ। ਅਕਾਲ ਪੁਰਖ ਨੂੰ ਗਾਉਣ ਵਾਲਾ, ਸੌਖੇ ਜਿਹੇ ਲਫ਼ਜ਼ਾਂ 'ਚ ਕਹਿ ਲਈਏ, ਰੱਬ ਨੂੰ ਗਾਉਣ ਵਾਲਾ, ਉਹ ਗੁਰੂ ਨਾਨਕ ਸਾਹਿਬ ਨੂੰ ਹੀ ਗਾ ਰਿਹਾ। ਇਹੀ ਜ਼ਿਕਰ ਅੱਜ ਭੱਟ ਕੱਲ ਜੀ ਨੇ ਕੀਤਾ। ਬਸ ਅਸੀਂ ਹੱਥ ਜੋੜ ਕੇ ਕਿਤੇ ਗੁਰੂ ਨਾਨਕ ਸਾਹਿਬ ਅੱਗੇ ਝੋਲੀਆਂ ਅੱਡ ਕੇ ਇਹ ਮੰਗਣ ਦੀ ਸਾਨੂੰ ਜਾਚ ਆ ਜਾਏ ਵੀ ਬਾਬਾ ਕਿਰਪਾ ਕਰ, ਰਹਿਮਤ ਵਰਤਾ, ਸਾਡੇ ਸਿਰ ਤੇ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖੋ, ਕਿਤੇ ਸਾਨੂੰ ਵੀ ਤੁਹਾਡੀ ਸ਼ੋਭਾ ਗਾਉਣ ਦੀ ਜਾਚ ਆ ਜਾਏ। ਸਿੱਧਾਂ ਵਾਂਗੂ ਸਾਨੂੰ ਵੀ ਆਖਣਾ ਆ ਜਾਏ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਤਿਗੁਰੂ ਪਾਤਸ਼ਾਹ ਕਿਤੇ ਤੁਹਾਡੀ ਵਡਿਆਈ ਕਰਨ ਦੀ ਜਾਚ ਸਾਨੂੰ ਵੀ ਆ ਜਾਏ। ਮਾਲਕ ਅੱਗੇ ਉਹਦਾ ਚਿੰਤਨ, ਉਹਦੀ ਯਾਦ ਹਰ ਵਕਤ ਉਹਦੇ ਕੋਲੋਂ ਮੰਗਦੇ ਰਿਹਾ ਕਰੋ। ਸਤਿਗੁਰੂ ਅੱਗੇ ਹੱਥ ਜੋੜ ਕੇ ਅਰਦਾਸਾਂ ਤੇ ਬੇਨਤੀਆਂ ਕਰਦੇ ਰਿਹਾ ਕਰੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ।
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਮਾਲਕ ਜੀ ਆਪਣਾ ਬਖਸ਼ਿਸ਼ ਦਾ ਮਿਹਰ ਭਰਿਆ ਹੱਥ ਰੱਖਣ। ਸਤਿਗੁਰੂ ਮਿਹਰ ਕਰਕੇ ਕਿਤੇ ਸਾਡੀਆਂ ਝੋਲੀਆਂ ਵਿੱਚ ਵੀ ਆਪਣੇ ਨਾਮ ਦੀ ਦਾਤ, ਗੁਰਸਿੱਖੀ ਜੀਵਨ ਦੀ ਦਾਤ ਪਾਉਣ, ਤਾਂ ਜੋ ਸਾਡੇ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਗਾਵੇ ਗੁਣ ਮਹਾਦੇਵ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ। ਕਬ ਕਲ ਸੋ ਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤ